ਆਪਾਂ ਇਜ਼ਹਾਰ ਆਲਮ ਦੀ ਗੱਲ ਕਰਾਂਗੇ ਕਿ ਉਹਨਾਂ ਦੀ ਪਤਨੀ ਨੂੰ ਅਹੁਦਾ ਦਿੱਤਾ ਜਾਂਦਾ ਵਾ ਤੇ ਉਹੋ ਹੀ ਅਹੁਦਾ ਤੁਹਾਨੂੰ ਦੇ ਦਿੱਤਾ ਜਾਂਦਾ ਨਾਲ। ਤੁਸੀਂ ਕਹਿੰਦੇ ਆ ਕਿ ਮੈਂ ਅਹੁਦਾ ਨਹੀਂ ਲੈਣਾ, ਕੀ ਕਾਰਨ ਸੀ ਅਹੁਦਾ ਠੁਕਰਾਉਣ ਦਾ? ਉਹਦੀ ਸਿਰਫ ਦੇਣ ਇੰਨੀ ਹੈ ਜਾਂ ਉਹਦੀ ਪਹਿਚਾਣ ਇੰਨੀ ਹੈ ਕਿ ਉਹ ਇਜ਼ਹਾਰ ਆਲਮ ਦੀ ਬੀਵੀ ਹੈ। ਸੋ ਉਹਨੂੰ ਤੁਸੀਂ ਇੱਕ ਪੰਥਕ ਪਰਿਵਾਰ ਦੀ ਇਸਤਰੀ ਦੇ ਬਰਾਬਰ ਖੜਾ ਕਰ ਦਿੰਦੇ ਹੋ ਤੇ ਮੇਰੀ ਤਾਂ ਸਮਝ ਤੋਂ ਬਾਹਰ ਹੈ। ਔਰ ਜੋ ਇੱਕ ਪੂਰੀ ਸਾਡੀ ਜਨਰੇਸ਼ਨ ਦੇ ਨਾਲ ਬੀਤਿਆ, ਇਹ ਉਹਦਾ ਸਿੰਬਲ ਹੈ। ਸੋ ਮੈਂ ਇਸ ਦੇ ਨਾਲ ਖੜੇ ਹੋਣ ਨਾਲੋਂ ਬਿਹਤਰ ਇਹ ਸਮਝਿਆ ਕਿ ਜਿਸ ਦਾ ਫੈਸਲਾ ਤੁਹਾਨੂੰ ਮੁਬਾਰਕ ਹੈ ਪਰ ਮੈਂ ਇਹਦਾ ਹਿੱਸਾ ਨਹੀਂ। ਇਹ ਸੋਚ ਜਿਹੜੀ ਹੈ ਇਹ ਕੁਰਸੀ ਦੀ ਨਹੀਂ ਹੈ, ਇਹ ਸੋਚ ਜਿਹੜੀ ਹੈ ਇਹ ਪਾਵਰ ਦੀ ਨਹੀਂ ਹੈ। ਇਹ ਕੇਵਲ ਪੰਥਕ ਹਿੱਤਾਂ ਦੇ ਵਿੱਚ ਜੋ ਸਹੀ ਗੱਲ ਹੈ ਉਸ ਨੂੰ ਕਰਨ ਬਾਰੇ ਹੈ। ਕੱਲਾ ਅਸੀਂ ਲੀਡਰਸ਼ਿਪ ਤੇ ਦੋਸ਼ ਨਹੀਂ ਦੇ ਸਕਦੇ, ਸਾਨੂੰ ਆਪਣੀ ਵੀ ਜ਼ਿੰਮੇਵਾਰੀ ਲੈਣੀ ਪਏਗੀ। ਜਿਹੜਾ ਇਹ ਪੰਥ ਵਿਰੋਧੀ ਹੈ ਉਹ ਆਪਣੇ ਆਪ ਨੂੰ ਪੰਥਕ ਕਹਿਣ ਵਾਲੀ ਪਾਰਟੀ ਦੇ ਵਿੱਚ ਸ਼ਾਮਲ ਕਿਵੇਂ ਹੋ ਗਏ? ਦੇਖੋ, ਜਿਹੜੀਆਂ ਜਥੇਬੰਦੀਆਂ ਬੈਠੀਆਂ ਮੈਨੂੰ ਲੱਗਦਾ ਹੈ ਉਹਨਾਂ ਦਾ ਜਥੇਬੰਦੀਆਂ ਦਾ ਇਸ ਤਰ੍ਹਾਂ ਬੈਠਣਾ ਸਹੀ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਤੇ ਮੈਂ ਹਾਂ ਤਜਿੰਦਰ ਸਿੰਘ। ਇੰਡੀਆ ਦੀ ਧਰਤੀ ਦੇ ਉੱਤੋਂ ਜੇ ਆਪਾਂ ਵੱਖੋ ਵੱਖਰੇ ਟਾਈਮ ਦੇ ਉੱਤੇ ਸੇਵਾਵਾਂ ਕਰਦੇ ਹਾਂ ਤੇ ਨਾਲ ਜੋ ਪੰਥਕ ਸੇਵਾਵਾਂ ਹੁੰਦੀਆਂ ਵਾ ਉਹ ਵੀ ਅਕਾਲ ਚੈਨਲ ਦੇ ਸਾਹਮਣੇ ਤੁਹਾਡੇ ਲੈ ਕੇ ਆਉਂਦੇ ਆ। SGPC ਦੀ ਗੱਲ ਹੋਵੇ ਜਾਂ ਪੰਜਾਬ ਸਰਕਾਰ ਦੀ ਗੱਲ ਹੋਵੇ ਤੇ ਜਾਂ ਨਿਊਜ਼ ਦੀ ਗੱਲ ਹੋਵੇ, ਹਰ ਇੱਕ ਮੁੱਦਾ ਜਿਹੜਾ ਤੁਹਾਡੇ ਤੱਕ ਲੈ ਕੇ ਆਉਂਦੇ ਆ, ਇਹ ਸਾਡੀਆਂ ਆਪਣੀਆਂ ਜ਼ਿੰਮੇਵਾਰੀਆਂ ਵਾ ਜੋ ਅਕਾਲ ਚੈਨਲ ਤੁਸੀਂ ਸੌਂਪੀਆਂ। SGPC ਸ਼ਤਾਬਦੀ ਮਨਾ ਰਹੀ ਆਉਣ ਵਾਲੇ ਸਮੇਂ ਦੇ ਵਿੱਚ। ਅਕਾਲੀ ਦਲ ਦਾ ਇਤਿਹਾਸ ਆਪਾਂ ਜਾਣਦੇ ਹਾਂ, SGPC ਦਾ ਇਤਿਹਾਸ ਜਾਣਦੇ ਹਾਂ ਆਪਾਂ, ਕਿਉਂਕਿ ਕੁਰਬਾਨੀਆਂ ਨਾਲ ਭਰਿਆ ਹੋਇਆ ਇਤਿਹਾਸ ਆ। ਬੜੀਆਂ ਕੁਰਬਾਨੀਆਂ ਦਿੱਤੀਆਂ SGPC ਹੋਣ ਦੇ ਵਿੱਚ ਆਉਂਦੀ ਆ, ਬਹੁਤ ਕੁਰਬਾਨੀਆਂ ਦਿੱਤੀਆਂ ਅਕਾਲੀ ਦਲ ਹੋਣ 'ਚ ਆਉਂਦਾ। ਅਕਾਲੀ ਦਲ ਵੀ ਖਿੰਡਰ ਜਾਂਦਾ ਬਾਅਦ 'ਚ। ਹੁਣ ਦੇ ਸਮੇਂ ਦੀ ਗੱਲ ਕਰਦੇ ਹਾਂ ਤੇ ਕਈ ਅਕਾਲੀ ਦਲ ਬਣ ਚੁੱਕੇ ਆ ਤੇ SGPC ਦੇ ਵਿੱਚ ਵੀ ਬਗਾਵਤੀ ਸੁਰਾਂ ਉੱਠ ਰਹੀਆਂ। ਇਹ ਬਗਾਵਤੀ ਸੁਰਾਂ ਇਹ ਨਹੀਂ ਹੈਗੀਆਂ ਕਿ SGPC ਇੱਕ ਵੱਖਰੀ SGPC ਚਾਹੀਦੀ ਆ। ਇਹ ਸੁਰਾਂ ਹੈਗੀਆਂ ਕਿ SGPC ਨੂੰ ਸਹੀ ਸੇਧ ਕਿਵੇਂ ਮਿਲ ਸਕਦੀ ਆ। ਸਮੇਂ-ਸਮੇਂ ਦੇ ਉੱਤੇ ਆਵਾਜ਼ ਬੁਲੰਦ ਹੁੰਦੀ ਆ ਚ ਉਸ ਆਵਾਜ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾਂਦੀਆਂ। 328 ਸਰੂਪਾਂ ਦਾ ਮਸਲਾ ਹੋਵੇ, 450 ਸਰੂਪ ਕੈਨੇਡਾ ਦੀ ਧਰਤੀ ਉੱਤੇ ਜਾਂਦੇ ਆ, ਉਹ ਵੀ ਬੇਅਦਬੀ ਹੁੰਦੀ ਆ। ਜਦੋਂ ਤੇ ਕੋਈ ਹੋਰ ਬੇਅਦਬੀ ਕਰਦਾ ਉਦੋਂ ਤੇ ਅਸੀਂ ਕਹਿੰਦੇ ਕਿ ਉਹਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਆ। ਪਰ ਜਦੋਂ ਬੇਅਦਬੀ ਆਪਣੇ ਵੱਲੋਂ ਹੁੰਦੀ ਆ ਤੇ ਕਹਿੰਦੇ ਆ ਕਿ ਕੋਈ ਗੱਲ ਨਹੀਂ, ਅਸੀਂ ਆਪਸ ਦੇ ਵਿੱਚ ਬੈਠ ਕੇ ਨਿਪਟਾਰਾ ਕਰ ਲੈਂਦੇ ਆ। ਕਈ ਮੁੱਦੇ ਆ ਜੋ ਪੰਥਕ ਮੁੱਦੇ ਇਸ ਟਾਈਮ ਬਣ ਚੁੱਕੇ ਆ, ਕਈ ਆਵਾਜ਼ ਬੁਲੰਦ ਹੁੰਦੀ ਆ। ਹਾਲ ਹੀ ਘੜੀ ਦੇ ਵਿੱਚ ਜੋ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਤੋਂ ਬੀਬੀ ਜਗੀਰ ਕੌਰ ਨੇ ਉਹਦੇ ਵਿੱਚ ਵਾਧਾ ਕੀਤਾ, ਜਿਹਦੇ ਵਿੱਚ ਕਿ ਵੱਡੇ ਅਹੁਦੇ ਨਵਾਜ ਕੇ ਇਜ਼ਹਾਰ ਆਲਮ ਦੀ ਪਤਨੀ ਨੂੰ ਇੱਕ ਵੱਡਾ ਅਹੁਦਾ ਦਿੱਤਾ ਤੇ ਫਿਰ ਬਗਾਵਤੀ ਸੁਰਾਂ ਉੱਠੀਆਂ। ਜਦੋਂ ਗੱਲਬਾਤ ਹੁੰਦੀ ਆ SGPC ਦੀ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਤੇ ਹਮੇਸ਼ਾ ਹੀ ਗੱਲ ਕਰਦੇ ਆ ਤੇ ਉੱਥੇ ਇਤਿਹਾਸ ਪੱਖੋਂ ਜੇ ਆਪਾਂ ਵੇਖਦੇ ਹਾਂ ਤੇ ਬਹੁਤ ਕੁਰਬਾਨੀਆਂ ਨਾਲ ਭਰਿਆ ਹੋਇਆ। ਤੇ ਜਦੋਂ ਅੱਜ ਦੀ ਗੱਲ ਕਰਦੇ ਆ ਤੇ ਸੁਮੇਧ ਸੈਣੀ ਜਿਹਨੂੰ ਕੋਈ DGP ਲਾ ਦਿੱਤਾ ਗਿਆ ਤੇ ਅੱਜ ਅਕਾਲੀ ਦਲ ਕਹਿ ਰਿਹਾ ਕਿ ਇਹ ਸਾਡੇ ਕੋਲ ਗਲਤੀ ਹੋਈ ਸੀ, ਅਸੀਂ ਉਹਨੂੰ ਲਾ ਕੇ ਜਿਹੜਾ DGP ਲਾਇਆ ਸੀ ਇਹ ਵੱਡੀ ਗਲਤੀ ਸੀ। ਪਰ ਇਜ਼ਹਾਰ ਆਲਮ ਕੌਣ ਸੀ, ਥੋੜ੍ਹੀ ਜਿਹੀ ਜਾਣਕਾਰੀ ਵੀ ਆਪਾਂ ਲਵਾਂਗੇ। ਤੇ ਇਹ ਬੀਬੀ ਫਰਜ਼ਾਨਾ ਜਿਹੜੀ ਉਹਨਾਂ ਦੇ ਘਰੋਂ ਆ, ਉਹਨੂੰ ਜਦੋਂ ਪਦਵੀ ਦੇ ਦਿੱਤੀ ਜਾਂਦੀ ਆ ਬੀਬੀ ਜਗੀਰ ਕੌਰ ਵੱਲੋਂ ਤੇ ਉਹਦੇ ਵਿੱਚ ਪ੍ਰਤੀਕਰਮ ਆਉਂਦਾ ਵਾ ਬੀਬੀ ਕਿਰਨਜੋਤ ਕੌਰ ਜਿਹੜੇ ਕਿ SGPC ਮੈਂਬਰ ਆ, ਬੀਬੀ ਕਿਰਨਜੋਤ ਕੌਰ, ਤੇ ਉਹਨਾਂ ਨੂੰ ਵੀ ਅਹੁਦੇ ਦੇ ਨਾਲ ਨਵਾਜ ਦਿੱਤਾ ਜਾਂਦਾ ਵਾ, ਜਨਰਲ ਸਕੱਤਰ ਬਣਾ ਦਿੱਤਾ ਜਾਂਦਾ ਵਾ। ਪਰ ਉਹ ਕਹਿੰਦੇ ਕਿ ਮੈਂ ਇਹ ਅਹੁਦਾ ਨਹੀਂ ਲੈਣਾ। ਇਹ ਅਹੁਦਾ ਠੁਕਰਾਉਣ ਦਾ ਕੀ ਕਾਰਨ ਸੀ? ਇਜ਼ਹਾਰ ਆਲਮ ਕੌਣ ਆ ਇਹ ਤਾਂ ਤੁਸੀਂ ਵੀ ਜਾਣਦੇ ਆ, ਪਰ ਥੋੜ੍ਹੀ ਜਿਹੀ ਜਾਣਕਾਰੀ ਆਪਾਂ ਬੀਬੀ ਜੀ ਕੋਲ ਲੈਂਦੇ ਆ। ਸਾਡੇ ਨਾਲ ਆ ਕਿਰਨਜੋਤ ਕੌਰ ਜੀ। ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੋੜ੍ਹੀ ਜਿਹੀ ਆਪਾਂ ਇਜ਼ਹਾਰ ਆਲਮ ਦੀ ਗੱਲ ਕਰਾਂਗੇ ਕਿ ਉਹਨਾਂ ਦੀ ਪਤਨੀ ਨੂੰ ਅਹੁਦਾ ਦਿੱਤਾ ਜਾਂਦਾ ਵਾ ਤੇ ਉਹੋ ਹੀ ਅਹੁਦਾ ਤੁਹਾਨੂੰ ਦੇ ਦਿੱਤਾ ਜਾਂਦਾ ਨਾਲ। ਤੁਸੀਂ ਕਹਿੰਦੇ ਆ ਕਿ ਮੈਂ ਅਹੁਦਾ ਨਹੀਂ ਲੈਣਾ, ਕੀ ਕਾਰਨ ਸੀ ਅਹੁਦਾ ਠੁਕਰਾਉਣ ਦਾ? ਕਿਉਂਕਿ ਅੱਜ ਕੱਲ੍ਹ ਤਾਂ ਆਪਾਂ ਕੁਰਸੀਆਂ ਦੇ ਮਗਰ ਭੱਜੇ ਫਿਰਦੇ ਆ, ਪਰ ਤੁਸੀਂ ਕੋ ਠੁਕਰਾਤਾ? ਜੇ ਅਸੀਂ ਪਬਲਿਕ ਲਾਈਫ ਵਿੱਚ ਆਏ ਹਾਂ
ਤੇ ਕੋਈ ਸੋਚ ਦੇ ਨਾਲ ਆਇਆ। ਇਹ ਸੋਚ ਜਿਹੜੀ ਹੈ ਇਹ ਕੁਰਸੀ ਦੀ ਨਹੀਂ ਹੈ, ਇਹ ਸੋਚ ਜਿਹੜੀ ਹੈ ਇਹ ਪਾਵਰ ਦੀ ਨਹੀਂ ਹੈ, ਇਹ ਕੇਵਲ ਪੰਥਕ ਹਿੱਤਾਂ ਦੇ ਵਿੱਚ ਜੋ ਸਹੀ ਗੱਲ ਹੈ ਉਸ ਨੂੰ ਕਰਨ ਬਾਰੇ ਹੈ। ਹੁਣ ਇਜ਼ਹਾਰ ਆਲਮ ਬਾਰੇ ਤਾਂ ਜਗ ਜ਼ਾਹਿਰ ਹੈ, ਇਹਦਾ ਕਿਹੋ ਜਿਹਾ ਪਿਛੋਕੜ ਹੈ, ਕਿਸ ਤਰ੍ਹਾਂ ਇਹਨੇ ਸਰਵਿਸ ਵਿੱਚ ਕੀ ਕੀਤਾ। ਪਰ ਜਦੋਂ ਇਹਦੀ ਵਾਈਫ ਨੂੰ ਫਰਜ਼ਾਨਾ ਆਲਮ ਨੂੰ ਲਿਸਟ ਕੀਤਾ ਜਨਰਲ ਸਕੱਤਰ ਇਸਤਰੀ ਅਕਾਲੀ ਦਲ ਦਾ, ਤਾਂ ਮੈਂ ਜਦੋਂ ਅਖਬਾਰ ਦੇ ਵਿੱਚ ਲਿਸਟਿੰਗ ਦੇਖੀ, ਸਭ ਤੋਂ ਪਹਿਲੇ ਮੇਰਾ ਨਾਂ ਸੀ, ਨੰਬਰ 2 ਤੇ ਇਹਦਾ ਨਾਂ ਸੀ। ਇਸ ਦਾ ਨਾਂ ਦੇਖਦਿਆਂ ਹੀ ਮੇਰੇ ਦਿਮਾਗ ਦੇ ਵਿੱਚ ਆਇਆ ਕਿ ਉਹ 88-87 ਦਾ ਸਮਾਂ ਜਦੋਂ ਇਜ਼ਹਾਰ ਆਲਮ SSP ਹੁੰਦਾ ਸੀ ਅੰਮ੍ਰਿਤਸਰ ਦਾ, ਉਸ ਵਕਤ ਇਹਨੇ ਆਲਮ ਸੇਨਾ ਬਣਾਈ ਸੀ। ਔਰ ਇਹੋ ਜਿਹਾ ਸਮਾਂ ਸੀ ਕਿ ਸ਼ਾਮੀ 5:30-6 ਤੱਕ ਜੇ ਘਰ ਦੇ ਮਰਦ ਵਾਪਸ ਨਹੀਂ ਆ ਜਾਂਦੇ ਤੇ ਘਰ ਵਾਲਿਆਂ ਨੂੰ ਫਿਕਰ ਹੋ ਜਾਂਦੀ ਸੀ ਕਿੱਥੇ ਗਏ, ਇਹਨਾਂ ਨੇ ਮੁੜਨਾ ਵੀ ਹੈ ਕਿ ਨਹੀਂ ਮੁੜਨਾ। ਕਿਉਂਕਿ ਉਦੋਂ ਕਿਹੜੇ ਸਾਡੇ ਕੋਲ ਕੋਈ ਮੋਬਾਈਲ ਫੋਨ ਹੁੰਦੇ ਸੀ, ਟੈਲੀਫੋਨ ਵੀ ਹਰ ਇੱਕ ਦੇ ਘਰ ਨਹੀਂ ਸੀ ਹੁੰਦਾ। ਤੇ ਜੇ ਬੰਦਾ ਘਰੋਂ ਕੰਮ ਤੇ ਸਵੇਰੇ ਗਿਆ ਤੇ ਉਹਨੇ ਜਦੋਂ ਘਰ ਵਾਪਸ ਆਣਾ ਤਾਂ ਹੀ ਉਹਦੀ ਖੈਰ ਖਬਰ ਦਾ ਪਤਾ ਲੱਗਣਾ, ਤੁਸੀਂ ਦਿਨੇ ਉਹਨੂੰ ਨਹੀਂ ਟਰੈਕ ਕਰ ਸਕਦੇ। ਸੋ ਉਸ ਦਹਿਸ਼ਤ ਦੇ ਮਾਹੌਲ ਦੇ ਵਿੱਚ ਇੱਕ ਅੰਮ੍ਰਿਤਸਰ ਦੇ ਵਿੱਚ ਆਮ ਚਰਚਾ ਸੀ ਕਿ ਇੱਕ ਚਿੱਟੀ ਅੰਬੈਸਡਰ ਹੈ ਕਾਲੇ ਸ਼ੀਸ਼ਿਆਂ ਵਾਲੀ, ਉਸ ਤੋਂ ਬਚ ਕੇ ਰਹੋ। ਕਿਉਂਕਿ ਉਹਦੇ ਵਿੱਚ ਇੱਕ ਪੁਲਿਸ ਦਾ ਟਾਊਟ ਕਾਲਾ ਨਾਂ ਦਾ ਸੀ, ਸੁਰਜੀਤ ਕਾਲਾ ਨਾਂ ਦਾ, ਉਹ ਬੈਠਾ ਹੈ ਤੇ ਉਹ ਜਿਹਦੇ ਵੱਲ ਇਸ਼ਾਰਾ ਕਰੇਗਾ ਉਹ ਮੁੰਡਾ ਗਾਇਬ ਹੋ ਚੁੱਕ ਲਿਆ ਜਾਂਦਾ ਸੀ। ਹਾਂਜੀ, ਸੋ ਇਹੋ ਜਿਹੀ ਚਰਚਾ ਸੀ। ਔਰ ਉਸ ਤੋਂ ਬਾਅਦ ਕਿਸ ਤਰ੍ਹਾਂ ਫੇਕ ਐਨਕਾਊਂਟਰਸ ਹੋਏ, ਕਿਸ ਤਰ੍ਹਾਂ ਨੌਜਵਾਨ ਚੁੱਕੇ ਗਏ, ਔਰ ਜੋ ਇੱਕ ਪੂਰੀ ਸਾਡੀ ਜਨਰੇਸ਼ਨ ਦੇ ਨਾਲ ਬੀਤਿਆ, ਇਹ ਉਹਦਾ ਸਿੰਬਲ ਹੈ। ਔਰ ਅੱਜ ਜੇ ਅਕਾਲੀ ਦਲ ਦੇ ਵਿੱਚ ਉਹਨੂੰ ਨਹੀਂ ਤੇ ਉਹਦੀ ਪਤਨੀ ਨੂੰ, ਉਹਦੀ ਪਤਨੀ ਦੀ ਕੋਈ ਕੰਟਰੀਬਿਊਸ਼ਨ ਤਾਂ ਹੈ ਨਹੀਂ, ਉਹਦੀ ਸਿਰਫ ਦੇਣ ਇੰਨੀ ਹੈ ਜਾਂ ਉਹਦੀ ਪਹਿਚਾਣ ਇੰਨੀ ਹੈ ਕਿ ਉਹ ਇਜ਼ਹਾਰ ਆਲਮ ਦੀ ਬੀਵੀ ਹੈ। ਸੋ ਉਹਨੂੰ ਤੁਸੀਂ ਇੱਕ ਪੰਥਕ ਪਰਿਵਾਰ ਦੀ ਇਸਤਰੀ ਦੇ ਬਰਾਬਰ ਖੜਾ ਕਰ ਦਿੰਦੇ ਹੋ ਤੇ ਮੇਰੀ ਤਾਂ ਸਮਝ ਤੋਂ ਬਾਹਰ ਹੈ। ਸੋ ਮੈਂ ਇਸ ਦੇ ਨਾਲ ਖੜੇ ਹੋਣ ਨਾਲੋਂ ਬਿਹਤਰ ਇਹ ਸਮਝਿਆ ਕਿ ਜਿਸ ਦਾ ਫੈਸਲਾ ਤੁਹਾਨੂੰ ਮੁਬਾਰਕ ਹੈ ਪਰ ਮੈਂ ਇਹਦਾ ਹਿੱਸਾ ਨਹੀਂ। ਥੋੜਾ ਜਿਹਾ ਇਜ਼ਹਾਰ ਆਲਮ ਦੀ ਆਲਮ ਸੈਨਾ ਬਾਰੇ ਵੀ ਜ਼ਰੂਰ ਜਾਣਕਾਰੀ ਦਿਓ, ਕਿਉਂਕਿ ਜਾਣਦੇ ਤਾਂ ਸਾਰੇ ਹੀ ਆ। ਜਦੋਂ ਸੁਮੇਧ ਸੈਣੀ ਦਾ ਨਾਮ ਆ ਜਾਂਦਾ, ਇਜ਼ਹਾਰ ਆਲਮ ਦਾ ਨਾਮ ਆ ਜਾਂਦਾ, ਇਹ 1984 ਦੀ ਗੱਲ ਕਰਦੇ ਆ, ਉਸ ਦਹਾਕਿਆਂ ਦੀ ਗੱਲ ਕਰਦੇ ਤਾਂ ਪਤਾ ਹੀ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਖਤਮ ਕਰਨ ਵਾਲੇ ਪਾਸੇ ਤੁਰੇ ਸੀ ਇਹ। ਪਰ ਇਜ਼ਹਾਰ ਆਲਮ ਦਾ ਆਲਮ ਸੈਨਾ ਬਾਰੇ ਜ਼ਰੂਰ ਥੋੜੀ ਜਾਣਕਾਰੀ। ਇਹ ਬੇਸਿਕਲੀ ਪੁਲਿਸ ਦੇ ਟਾਊਟ ਹੈਗੇ ਸੀ, ਪੁਲਿਸ ਵੱਲੋਂ ਤਿਆਰ ਕੀਤੇ ਹੋਏ ਖੜਕੂ ਸੀ। ਇਹ ਜਿਹੜੇ ਜਿਨ੍ਹਾਂ ਨੂੰ ਕੈਟ ਕਹਿੰਦੇ ਨੇ ਨਾ, ਇਹ ਕੈਟ ਹੁੰਦੇ ਸੀ ਜਿਹੜੀ ਕਿ ਸ਼ੁਰੂਆਤ ਸੀ ਕਾਊਂਟਰ ਇਨਸਰਜੈਂਸੀ ਦੀ। ਔਰ ਇਹਨਾਂ ਨੂੰ ਵਰਤਿਆ ਜਾਂਦਾ ਸੀ ਕਿ ਸਿੱਖ ਨੌਜਵਾਨਾਂ ਨੂੰ ਟਾਰਗੇਟ ਕਰਨ ਵਾਸਤੇ। ਸੋ ਇਹ ਅਗਰ ਅਸੀਂ ਕਹੀਏ ਨਾ ਕਿ ਪੰਜਾਬ ਦੇ ਵਿੱਚ ਜਿਹੜੀ ਸਟੇਟ ਟੈਰਰਿਜ਼ਮ ਦੀ ਅੱਤਵਾਦ ਹੈ ਉਹ ਇਸ ਦੇ ਨਾਲ ਸ਼ੁਰੂ ਹੋਈ ਸੀ। ਉਹ ਤੋਂ ਬਾਅਦ ਸਮਾਂ ਬਦਲਦਾ ਵਾ, 1984 ਉਹ ਤੋਂ ਬਾਅਦ 'ਚ ਹੁਣ ਤੱਕ ਦੀ ਆਪਾਂ ਗੱਲ ਕਰਦੇ ਹਾਂ, SGPC ਦੇ ਵਿੱਚ ਬਹੁਤ ਖੜੋਤ ਆਈ ਪਈ ਆ। ਜੇ ਆਪਾਂ ਬਗਾਵਤੀ ਸੁਰਾਂ ਦੀ ਗੱਲ ਕਰਦੇ ਹਾਂ, ਮੈਂ ਪਹਿਲਾਂ ਦੱਸ ਚੁੱਕਾ ਕਿ ਬਗਾਵਤੀ ਸੁਰਾਂ ਇਹ ਨਹੀਂ ਹੈਗੀਆਂ ਕਿ ਅਸੀਂ SGPC ਨੂੰ ਬਰਾਬਰ ਦਾ ਖੜਾ ਕਰਨਾ। ਬਗਾਵਤੀ ਸੁਰਾਂ ਇਹ ਹੈਗੀਆਂ ਕਿ ਤੁਸੀਂ ਉਹਦੇ ਵਿੱਚ ਕੁਝ ਚੰਗਾ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹੋ। ਥੋੜ੍ਹੇ ਦਿਨ ਪਹਿਲਾਂ ਇੱਕ ਤੁਹਾਡੀ ਵੀਡੀਓ ਵਾਇਰਲ ਹੋਈ ਸੀ, ਤੁਹਾਨੂੰ ਰੋਕਿਆ ਗਿਆ ਸੀ, ਤੁਸੀਂ ਤਾਂ ਕਿਹਾ ਸੀ ਕਿਸੇ ਦਾ ਨਾਮ ਲੈ ਕੇ ਕਿ ਚੁੱਪ ਕਰ ਜਾਓ, ਕਿਉਂਕਿ ਜਦੋਂ ਬੋਲਣ ਨਹੀਂ ਦਿੱਤਾ ਜਾਂਦਾ ਫਿਰ ਕਈ ਵਾਰ ਗੁੱਸਾ ਆ ਜਾਂਦਾ ਵਾ। ਕਿਉਂ ਲੱਗਦਾ ਜਦੋਂ ਕੋਈ ਵੀ ਆਵਾਜ਼ ਬੁਲੰਦ ਹੁੰਦੀ ਹੈ ਉਹਨੂੰ ਰੋਕਿਆ ਕਿਉਂ ਜਾਂਦਾ? ਨਾਲੇ ਅਕਾਲੀ ਦਲ ਦੀ ਗੱਲ ਕਰਦੇ ਹਾਂ, ਜੇ SGPC ਦੀ ਗੱਲ ਕਰਦੇ ਹਾਂ, ਤਾਂ ਇਹਦੇ ਵਿੱਚ ਬੇਬਾਕ ਆਵਾਜ਼ ਤੇ ਆਉਣੀ ਚਾਹੀਦੀ ਆ, ਫਿਰ ਹੀ ਹੋ ਸਕਦਾ। ਜੇ ਆਪਾਂ ਤਖਤਾਂ ਦੀ ਗੱਲ ਕਰੀਏ ਤੇ ਅਕਾਲ ਤਖਤ ਸਾਹਿਬ ਤੋਂ ਜਿਹੜਾ ਆਦੇਸ਼ ਜਾਰੀ ਹੁੰਦਾ, ਕਈ ਵਾਰ ਅਸੀਂ ਦਿੱਲੀ ਦੇ ਤਖਤ ਦਾ ਆਦੇਸ਼ ਨਹੀਂ ਮੰਨ ਸਕਦੇ, ਪਰ ਤਖਤਾਂ ਦੇ ਜਿਹੜੇ ਸਾਡੇ ਆਦੇਸ਼ ਆ ਉਹ ਅਸੀਂ ਪਾਲਣ ਕਰਦੇ ਹਾਂ। ਪਰ ਅੱਜ ਕਿਉਂ ਇਹਦੇ ਉੱਤੇ ਰਾਜਨੀਤੀ ਭਾਰੂ ਹੋ ਰਹੀ ਆ? ਦੇਖੋ, ਇਹ ਤਾਂ ਹੈ ਨਹੀਂ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਇਸ ਵਾਰ, ਪਿਛਲੀ ਵਾਰ ਤਾਂ ਚਲੋ ਮੇਰੇ ਕੋਲੋਂ ਮਾਈਕ ਖੋਇਆ ਗਿਆ, ਹਰ ਇੱਕ ਨੇ ਮੈਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ, ਪਰ ਇਸ ਵਾਰ ਜਿਨ੍ਹਾਂ ਨੇ ਪਿਛਲੀ ਵਾਰ ਮੇਰੇ ਬੋਲਣ ਦਾ ਵਿਰੋਧ ਕੀਤਾ ਸੀ, ਐਤਕੀ ਉਹਨਾਂ ਨੇ ਮੇਰੀ ਹਮਾਇਤ ਕੀਤੀ ਹੈ। ਐਤਕੀ ਉਹਨਾਂ ਨੇ ਇਸ ਗੱਲ ਨੂੰ ਪ੍ਰਵਾਨ ਕੀਤਾ ਹੈ ਕਿ ਹਰ ਇੱਕ ਨੂੰ ਆਪਣੀ ਗੱਲ ਕਰਨ ਦਾ ਹੱਕ ਹੈ। ਸੋ ਉਹ ਇੱਕ ਦੋ ਵਿਅਕਤੀ ਵਿਸ਼ੇਸ਼ ਸੀ ਜਿਹੜੇ ਕਿ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਪਰ ਤੁਸੀਂ ਦੇਖਿਆ ਹੋਏਗਾ ਤਕਰੀਬਨ ਉਸ ਵਕਤ ਸਾਰਿਆਂ ਨੇ
ਪ੍ਰਧਾਨ ਸਮੇਤ ਸਾਰਿਆਂ ਨੇ ਇਹ ਗੱਲ ਨੂੰ ਤਸਲੀਮ ਕੀਤਾ ਕਿ ਨਹੀਂ, ਮੈਂਬਰ ਨੂੰ ਅਧਿਕਾਰ ਹੈ, ਹਾਊਸ ਵਿੱਚ ਖੜੇ ਹੋ ਕੇ ਗੱਲ ਕਰ ਸਕਦਾ। ਸੋ ਐਤਕੀ ਕੋਈ ਆਵਾਜ਼ ਬੰਦ ਕਰਨ ਵਾਲੀ ਗੱਲ ਨਹੀਂ ਸੀ ਹੈਗੀ। ਹੁਣ ਮਸਲਾ ਇਹ ਹੈਗਾ ਕਿ ਜਦੋਂ ਸਿੱਖ ਜਾਗਰੂਕ ਨਹੀਂ ਹੋਏਗਾ, ਜਦੋਂ ਸਿੱਖ ਆਪਣੇ ਸੈਲਫ ਇੰਟਰਸਟ ਦੇ ਵਾਸਤੇ ਪੰਥਕ ਗੱਲ ਕਰਨ ਤੋਂ ਹਿਚਕਿਚਾਏਗਾ, ਤੇ ਫਿਰ ਤੁਸੀਂ ਲੀਡਰਸ਼ਿਪ ਨੂੰ ਦੋਸ਼ ਨਹੀਂ ਦੇ ਸਕਦੇ, ਕਿਉਂਕਿ ਜਿਹੜੇ ਤੁਸੀਂ ਨੁਮਾਇੰਦੇ ਆਪ ਇਲੈਕਟ ਕਰਕੇ ਭੇਜਣ ਤੇ ਫਿਰ ਤੁਸੀਂ ਉਹਨਾਂ ਦੀ ਕਾਰਗੁਜ਼ਾਰੀ ਤੇ ਨਜ਼ਰ ਵੀ ਰੱਖਣੀ ਹੈ। ਅੱਜ ਵੀ ਜੇ ਦੇਖੋ, ਅੱਜ ਵੀ ਜੇ ਪਬਲਿਕ ਪ੍ਰੈਸ਼ਰ ਦੇ ਥੱਲੇ ਲੀਡਰਸ਼ਿਪ ਝੁਕਦੀ ਹੈ, ਤੇ ਜੇ ਪਬਲਿਕ ਪ੍ਰੈਸ਼ਰ ਹੋਵੇ, ਪੰਥਕ ਸੋਚ ਆਮ ਸਿੱਖਾਂ ਦੇ ਵਿੱਚ ਪ੍ਰਬਲ ਹੋਵੇ ਔਰ ਉਹਨੂੰ ਪਹਿਲ ਦਿੱਤੀ ਜਾਵੇ, ਤਾਂ ਇਹੋ ਜਿਹਾ ਕੋਈ ਪੋਲੀਟੀਕਲ ਪ੍ਰੈਸ਼ਰਸ ਦੀ ਗੱਲ ਹੋ ਹੀ ਨਹੀਂ ਸਕਦੀ। ਸੋ ਕੱਲਾ ਅਸੀਂ ਲੀਡਰਸ਼ਿਪ ਤੇ ਦੋਸ਼ ਨਹੀਂ ਦੇ ਸਕਦੇ, ਸਾਨੂੰ ਆਪਣੀ ਵੀ ਜ਼ਿੰਮੇਵਾਰੀ ਲੈਣੀ ਪਏਗੀ। ਬੀਬੀ ਕਿਰਨਜੋਤ ਕੌਰ ਆਪਣੀ ਜ਼ਿੰਮੇਵਾਰੀਆਂ ਸੰਭਾਲ ਰਹੀ ਆ, ਪਰ ਐਸਜੀਪੀਸੀ ਤੇ ਸਾਰਾ ਕੁਝ ਚੰਗਾ ਨਹੀਂ ਲੱਗਦਾ। ਸਮੇਂ-ਸਮੇਂ ਤੇ ਆਵਾਜ਼ ਬੁਲੰਦ ਹੁੰਦੀ ਆ। ਜੇ ਹੁਣ ਆਪਾਂ ਗੱਲ ਕਰੀਏ ਬੇਅਦਬੀਆਂ ਦੀ, ਬੇਅਦਬੀਆਂ ਅਕਾਲੀ ਦਲ ਦਾ ਰਾਜ ਹੋਵੇ ਭਾਵੇਂ ਹੁਣ ਕਾਂਗਰਸ ਦਾ ਆ ਚੁੱਕਾ, ਬੇਸ਼ੱਕ ਸਹੁੰਆਂ ਖਾ ਲਈਆਂ ਜਾਂਦੀਆਂ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਜਾਊਗਾ, ਪੰਜਾਬ ਦੇ ਵਿੱਚ ਅਸੀਂ ਇਹੋ ਜਿਹੀ ਕ੍ਰਾਂਤੀ ਲੈ ਕੇ ਆਵਾਂ ਕਿ ਆਉਣ ਵਾਲਾ ਸਾਡਾ ਭਵਿੱਖ ਸੁਨਹਿਰੀ ਹੋਊਗਾ, ਪਰ ਸਾਰੀਆਂ ਗੱਲਾਂ ਹੀ ਰਹਿ ਜਾਂਦੀਆਂ। ਕੇਵਲ ਮਾਫੀਏ ਦੀ ਗੱਲ ਹੁੰਦੀ ਆ, ਰੇਤ ਮਾਫੀਏ ਦੀ ਗੱਲ ਹੁੰਦੀ ਆ, ਪਰ ਉਹ ਭਾਵੇਂ ਅਕਾਲੀ ਦਲ ਹੋਵੇ ਭਾਵੇਂ ਕਾਂਗਰਸ ਹੋਵੇ, ਸਾਰਾ ਕੁਝ ਉੱਦਾਂ ਹੀ ਚੱਲ ਰਿਹਾ ਵਾ। ਐਸਜੀਪੀਸੀ ਦੀ ਇਲੈਕਸ਼ਨ ਵਿੱਚ ਛੇਤੀ ਆ ਰਹੀ ਆ, ਕੀ ਲੱਗਦਾ ਬੀਬੀ ਕਿਰਨਜੋਤ ਕੌਰ ਫੇਰ ਆਉਣ ਵਾਲੇ ਸਮੇਂ 'ਚ ਹਿੱਸਾ ਲੈਣਗੇ? ਇਹ ਤਾਂ ਸਮੇਂ ਦੀ ਬੁੱਕਲ ਵਿੱਚ ਹੈ ਜੀ ਕਿ ਕੀ ਪਰਮਾਤਮਾ ਨੇ ਸੇਵਾ ਲੈਣੀ ਹੈ, ਲੈਣੀ ਵੀ ਹੈ ਕਿ ਨਹੀਂ ਲੈਣੀ, ਇਹ ਆਪਣੇ ਇਖਤਿਆਰ ਦੀਆਂ ਗੱਲਾਂ ਨਹੀਂ ਹੁੰਦੀਆਂ। ਪਰ ਇਹ ਜਿਹੜਾ ਸਾਰਾ ਨਿਗਾਰ ਆਇਆ, ਇਹ ਸਾਡੇ ਇਲੈਕਸ਼ਨ ਪ੍ਰੋਸੈਸ ਤੋਂ ਸ਼ੁਰੂ ਹੁੰਦਾ ਹੈ। ਉਹਨਾਂ ਨੂੰ ਯਾਦ ਹੈ ਜਦੋਂ 1996 ਦੇ ਵਿੱਚ ਮੈਂ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਲੜੀ ਸੀ, ਉਸ ਵਕਤ ਮੇਰਾ ਆਪਣੇ ਪੱਲਿਓਂ ਇੱਕ ਪੈਸਾ ਨਹੀਂ ਸੀ ਖਰਚ ਹੋਇਆ, ਕਿਉਂਕਿ ਆਮ ਜਿਹੜਾ ਇਲੈਕਟੋਰੇਟ ਸੀ ਉਹਨਾਂ ਨੇ ਫੰਡਿੰਗ ਕੀਤੀ ਸੀ ਔਰ ਉਹਨਾਂ ਦੀ ਮਦਦ ਦੇ ਨਾਲ ਮੈਂ ਇਹ ਇਲੈਕਸ਼ਨ ਜਿੱਤੀ ਸੀ। ਔਰ ਉਸ ਵਕਤ ਜਿਹੜਾ ਐਮਐਲਏ ਦੀ ਇਲੈਕਸ਼ਨ ਹੈ ਉਹ ਵੀ ਇਸੇ ਤਰ੍ਹਾਂ ਹੋਇਆ ਕਰਦੀ ਸੀ ਕਿ ਹਰ ਕੋਈ ਆਪਣਾ ਆਪਣਾ ਇਲੈਕਸ਼ਨ ਫੰਡ ਦਿੰਦੇ ਹੁੰਦੇ ਸੀ, ਜਿਨ੍ਹਾਂ ਦੀ ਸਮਰੱਥਾ ਹੈ, ਜਿਨ੍ਹਾਂ ਦੀ ਕੋਲ ਕਪੈਸਿਟੀ ਹੈ, ਉਹ ਇਲੈਕਸ਼ਨ ਫੰਡ ਦਿਆ ਕਰਦੇ ਸੀ। ਅੱਜ ਦੀ ਡੇਟ ਵਿੱਚ ਕੀ ਹੋ ਗਿਆ? ਅੱਜ ਦੀ ਡੇਟ ਦੇ ਵਿੱਚ ਵਰਕਰ ਕਹਿੰਦਾ ਮੈਂ ਫੰਡ ਕਿਉਂ ਦਿਆਂ, ਮੈਨੂੰ ਪੈਸੇ ਦਿਓਗੇ ਤੇ ਮੈਂ ਹਿੱਲਾਂਗਾ ਵੋਟ ਪਾਉਣ ਦੇ। ਔਰ ਵੋਟਰ ਦਾ ਜਿਹੜਾ ਵਰਕਰ ਹੈ ਉਹਦਾ ਇਹੋ ਜਿਹਾ ਨਜ਼ਰੀਆ ਤੇ ਉਹਦਾ ਐਟੀਟਿਊਡ ਕਿਉਂ ਹੋਇਆ? ਕਿਉਂਕਿ ਜਦੋਂ ਸਰਕਾਰਾਂ ਬਣਦੀਆਂ ਤੇ ਵਰਕਰ ਕਿਸੇ ਦਾ ਕੰਮ ਲੈ ਕੇ ਜਾਂਦਾ, ਉਹਦੇ ਕੋਲ ਅੱਗੇ ਰਿਸ਼ਵਤ ਮੰਗੀ ਜਾਂਦੀ ਹੈ, ਤੇ ਜਿਸ ਵਰਕਰ ਨੇ ਇਮਾਨਦਾਰੀ ਦੇ ਨਾਲ ਪਾਰਟੀ ਦਾ ਕੰਮ ਕੀਤਾ, ਜੇ ਉਹਦੀ ਕਦਰ ਨਹੀਂ ਕਰਨੀ, ਉਹਦੇ ਕੋਲੋਂ ਵੀ ਰਿਸ਼ਵਤਾਂ ਮੰਗਣੀਆਂ, ਤੇ ਫਿਰ ਜਦੋਂ ਇਲੈਕਸ਼ਨ ਦਾ ਸਮਾਂ ਆਉਂਦਾ ਉਹ ਆਪਣਾ ਹਿਸਾਬ ਪੂਰਾ ਕਰਦਾ ਹੈ ਕਿ ਮੈਨੂੰ ਵੀ ਦਿਓਗੇ ਖਰਚਾ, ਮੈਂ ਪੱਲਿਓਂ ਕਿਉਂ ਕਰਾਂ। ਸੋ ਇਹ ਜਿਹੜਾ ਸਾਰਾ ਨਿਗਾਰ ਹੈ ਇਸ ਸਿਸਟਮ ਦੇ ਵਿੱਚ ਸਾਡੀ ਸੋਚ ਦੇ ਨਾਲ ਆਇਆ, ਔਰ ਹੁਣ ਦੇ ਵੀ ਜਦੋਂ ਇੱਕ ਤਬਦੀਲੀ ਆਏਗੀ, ਤਬਦੀਲੀ ਉਦੋਂ ਆਏਗੀ ਜਦੋਂ ਸਾਡੇ ਇਲੈਕਸ਼ਨ ਪ੍ਰੋਸੈਸ ਵਿੱਚ ਤਬਦੀਲੀ ਆਏਗੀ। ਮੈਨੂੰ ਯਾਦ ਹੈ ਇੱਕ ਆਪਣੀ ਬੀਬੀ ਲੋਕਲ ਅੰਮ੍ਰਿਤਸਰ ਦੀ, ਭਾਵੇਂ ਉਹ ਦੂਜੀ ਪਾਰਟੀ ਦੀ ਹੈ, ਉਹ ਈਵਨ ਰਿਕਸ਼ੇ ਵਾਲੇ ਕੋਲੋਂ ਜੇ 5 ਰੁਪਏ 10 ਰੁਪਏ ਉਹ ਇਲੈਕਸ਼ਨ ਫੰਡ ਲੈਣ ਤੋਂ ਹਿਚਕਿਚਾਉਂਦੀ ਨਹੀਂ ਸੀ। ਮਸਲਾ ਇਹ ਨਹੀਂ ਕਿ 5 ਰੁਪਏ ਦੇ ਰਿਹਾ, 10 ਰੁਪਏ ਕੋਈ ਦੇ ਰਿਹਾ ਆਪਣੀ ਸਮਰੱਥਾ ਦੇ ਅਨੁਸਾਰ। ਗੱਲ ਇਹ ਹੈ ਉਹ ਤੁਹਾਨੂੰ ਕਮਿਟਮੈਂਟ ਦੇ ਰਿਹਾ ਕਿ ਵੀ ਮੈਂ ਤੁਹਾਡੇ ਨਾਲ ਜੁੜਿਆ ਹੋਇਆ, ਆ ਤਿਲਫੁਲ ਮੇਰੀ ਸੇਵਾ ਪ੍ਰਵਾਨ ਕਰੋ। ਸੋ ਜਦ ਤੱਕ ਇਹ ਭਾਵਨਾ ਇਲੈਕਟੋਰੇਟ ਵਿੱਚ ਨਹੀਂ ਆਏਗੀ, ਔਰ ਵਿਸ਼ੇਸ਼ ਕਰ ਸ਼੍ਰੋਮਣੀ ਕਮੇਟੀ ਚੋਣਾਂ ਦੇ ਵਿੱਚ ਜਦੋਂ ਤੱਕ ਇਹ ਭਾਵਨਾ ਨਹੀਂ ਆਏਗੀ ਕਿ ਵੀ ਅਸੀਂ ਜਿਹੜੀ ਇਲੈਕਸ਼ਨ ਹੈ ਇਹਦੇ ਵਿੱਚ ਕੋਈ ਵੀ ਗਲਤ ਕੰਮ ਨਹੀਂ ਕਰਨਾ, ਮਤਲਬ ਹੁਣ ਅੱਗੇ ਨਾਲੋਂ ਬਹੁਤ ਫਰਕ ਹੈ। ਅੱਗੇ ਹੁੰਦਾ ਸੀ ਇਲੈਕਸ਼ਨ ਦੇ ਵਿੱਚ ਨਸ਼ਾ, ਸ਼ਰਾਬ ਸਭ ਕੁਝ ਚੱਲਦਾ ਸੀ, ਪਰ ਪਿਛਲੀਆਂ 2-3 ਇਲੈਕਸ਼ਨਸ ਤੋਂ ਲੋਕਾਂ ਵਿੱਚ ਜਦੋਂ ਜਿਉਂ-ਜਿਉਂ ਸੋਝੀ ਆਉਣੀ ਸ਼ੁਰੂ ਹੋਈ ਹੈ, ਬੜੇ ਹਲਕੇ ਇਹੋ ਜਿਹੇ ਜਿਨ੍ਹਾਂ ਦੇ ਵਿੱਚ ਸ਼ਰਾਬ ਦੀ, ਨਸ਼ੇ ਦੀ ਵਰਤੋਂ ਨਹੀਂ ਹੁੰਦੀ। ਸੋ ਜਦੋਂ ਇਹੋ ਜਿਹੀਆਂ ਪੋਜ਼ਿਟਿਵ ਤਬਦੀਲੀਆਂ ਹਰ ਜਗ੍ਹਾ ਆ ਜਾਣਗੀਆਂ, ਆਪਣੇ ਆਪ ਤਬਦੀਲੀ ਆਏਗੀ, ਆਪਣੇ ਆਪ ਇੱਕ ਸੋਚ ਵਿੱਚ ਬਦਲਾਅ ਆਉਂਦਾ। ਐਸਜੀਪੀਸੀ ਇਲੈਕਸ਼ਨ ਨੂੰ ਕਿਵੇਂ ਵੇਖਦੇ ਆ? ਅਕਾਲੀ ਦਲ ਜਿੰਨਾ ਚਿਰ ਭਾਈਵਾ ਰਹਿੰਦਾ ਭਾਜਪਾ ਦਾ, ਉਹਨਾਂ ਚਿਰ ਇਲੈਕਸ਼ਨ ਨਹੀਂ ਹੁੰਦੀ। ਬਾਰ-ਬਾਰ ਬੇਸ਼ੱਕ ਸਮੇਂ-ਸਮੇਂ ਤੇ ਜਥੇਬੰਦੀਆਂ ਵਾਲੇ ਨੁਮਾਇੰਦੇ ਵੀ ਉੱਠਦੇ ਆ, ਕਹਿੰਦੇ ਕਿ ਐਸਜੀਪੀਸੀ ਇਲੈਕਸ਼ਨ ਹੋਣੀ ਚਾਹੀਦੀ, ਪਰ ਨਹੀਂ ਹੁੰਦੀ। ਅਕਾਲੀ ਦਲ ਤੇ ਭਾਜਪਾ ਦਾ ਰਿਸ਼ਤਾ ਟੁੱਟਦਾ ਵਾ, ਤੇ ਹੁਣ ਇਲੈਕਸ਼ਨ ਵੀ ਸ਼ਾਇਦ ਛੇਤੀ ਆ ਰਹੀ ਆ, ਕਿਵੇਂ ਵੇਖਦੇ ਆ? ਨਹੀਂ, ਇਹਨੂੰ ਮੈਂ ਭਾਜਪਾ ਦੇ ਨਾਲ ਜਿਹੜਾ ਅਕਾਲੀ ਦਲ ਦਾ ਗੱਠਜੋੜ ਹੈ ਉਹਦੇ ਨਾਲ ਜੋੜ ਕੇ ਨਹੀਂ ਦੇਖਦੀ, ਕਿਉਂਕਿ ਜਦੋਂ 1996 ਦੀ ਇਲੈਕਸ਼ਨ ਹੋਈ ਸੀ ਉਦੋਂ ਵੀ 17 ਸਾਲ ਬਾਅਦ ਹੋਈ ਸੀ। ਉਦੋਂ ਤਾਂ ਬੀਜੇਪੀ ਕਿਤੇ ਸੀ ਨਹੀਂ, ਕਾਂਗਰਸ ਦਾ ਰਾਜ ਹੁੰਦਾ ਸੀ,
ਔਰ ਇਹ ਵੀ ਜਿਹੜੀ ਇਲੈਕਸ਼ਨ ਹੋਈ ਸੀ ਉਹਦੇ ਲਈ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਟੌੜਾਨ ਉਹ ਹਾਈ ਕੋਰਟ ਗਏ ਸੀ ਕਿ ਵੀ ਜਿਹੜਾ ਸ਼੍ਰੋਮਣੀ ਕਮੇਟੀ ਦਾ ਹਾਊਸ ਹੈ ਇਹਦੀ ਮਿਆਦ 5 ਸਾਲ ਹੈ ਤੇ 17 ਸਾਲ ਬੀਤ ਗਏ ਤੇ ਸਰਕਾਰ ਇਲੈਕਸ਼ਨ ਨਹੀਂ ਕਰਾ ਰਹੀ। ਕੋਰਟ ਤੋਂ ਜਾ ਕੇ ਕੋਰਟ ਦੇ ਫੈਸਲੇ ਅਨੁਸਾਰ ਉਹ 17 ਸਾਲ ਬਾਅਦ ਇਲੈਕਸ਼ਨ ਹੋਈ ਸੀ। ਗੱਲ ਇਹ ਹੈਗੀ ਹੈ ਕਿ ਇਹ ਇਲੈਕਸ਼ਨ ਸਰਕਾਰ ਦੀ ਪ੍ਰਾਇੋਰਿਟੀ ਨਹੀਂ ਹੈ, ਸਰਕਾਰ ਦਾ ਖਰਚਾ ਹੁੰਦਾ ਹੈ ਕਿਉਂਕਿ ਇਲੈਕਸ਼ਨ ਜਿਹੜੀ ਉਹ ਸਰਕਾਰ ਨੇ ਕਰਵਾਉਣੀ ਹੈ। ਸੋ ਉਹਨਾਂ ਦਾ ਖਰਚਾ ਹੁੰਦਾ, ਉਹਨਾਂ ਨੂੰ ਲੱਗਦਾ ਉਹਨਾਂ ਨੂੰ ਇਸ ਦੀ ਜ਼ਰੂਰਤ ਨਹੀਂ ਹੈ। ਸੋ ਸਰਕਾਰ ਵੱਲੋਂ ਬਹੁਤੀ ਸੰਜੀਦਗੀ ਨਹੀਂ ਹੁੰਦੀ। ਬੜੀ ਵਾਰ ਸ਼੍ਰੋਮਣੀ ਕਮੇਟੀ ਨੂੰ ਆਪ ਹੀ ਫੋਲੋ ਅਪ ਕਰਨਾ ਪੈਂਦਾ ਵੀ ਟਰਮ ਪੂਰੀ ਹੋ ਗਈ, ਟਾਈਮ ਪੂਰਾ ਹੋ ਗਿਆ, ਨਵੀਂ ਇਲੈਕਸ਼ਨ ਦਾ ਟਾਈਮ ਆ ਗਿਆ। ਇਜ਼ਹਾਰ ਆਲਮ ਦੀ ਆਪਾਂ ਫਿਰ ਦੁਬਾਰਾ ਗੱਲ ਕਰਦੇ ਹਾਂ। ਸੁਮੇਧ ਸੈਣੀ ਦੀ ਵੀ ਗੱਲ ਹੁੰਦੀ ਹੈ ਜਦੋਂ ਤੇ ਥੋੜ੍ਹਾ ਸਮਾਂ ਪਹਿਲਾਂ ਆਪਾਂ ਨੂੰ ਪਤਾ ਲੱਗ ਹੀ ਚੁੱਕਾ ਕਿ ਕੇਸ ਵੀ ਦਰਜ ਹੋ ਜਾਂਦੇ ਆ। ਸੁਮੇਧ ਸੈਣੀ ਨੂੰ ਫੜਦੀਆਂ ਵੀ ਕਿਆਸ ਰਾਈਆਂ ਲੱਗ ਜਾਂਦੀਆਂ ਕਿ ਸ਼ਾਇਦ ਆਉਣ ਵਾਲੇ ਸਮੇਂ 'ਤੇ ਛੇਤੀ ਫੜਿਆ ਜਾਊਗਾ, ਪਰ ਉਹ ਜ਼ਮਾਨਤ ਲੈ ਲੈਂਦੇ ਬਾਹਰੋਂ ਬਾਹਰ ਹੀ। ਹੁਣ ਉਹ ਬੇਸ਼ੱਕ ਉੱਦਾਂ ਹੀ ਫਿਰ ਰਹੇ ਆ। ਜਿਹੜੇ ਵੱਡੇ ਅਹੁਦੇ ਆ, ਜੇ ਆਪਾਂ ਪੰਜਾਬ ਪੁਲਿਸ ਦੀ ਗੱਲ ਕਰਦੇ ਹਾਂ, DGP ਰਹੇ ਹੋਣ, ਇਜ਼ਹਾਰ ਆਲਮ ਹੋਵੇ, ਇਹ ਹੋਣ, ਸੁਮੇਧ ਸੈਣੀ ਹੋਣ, ਇੰਨਾ ਕਤਲੇਆਮ ਕੀਤਾ ਹੋਵੇ, ਸਾਡੀ ਜਵਾਨੀ ਦਾ ਘਾਣ ਕੀਤਾ ਹੋਵੇ, ਤੇ ਅਕਾਲੀ ਦਲ ਦੇ ਵਿੱਚ ਸੀਟਾਂ ਕਿਉਂ ਮਿਲਦੀਆਂ ਫਿਰ ਇਹਨਾਂ ਨੂੰ? ਇਹ ਤਾਂ ਤੁਹਾਨੂੰ ਪ੍ਰਧਾਨ ਬਿਹਤਰ ਦੱਸ ਸਕਦੇ ਨੇ ਜੀ। ਇਹ ਤਾਂ ਮੇਰੀ ਆਪਣੀ ਸਮਝ ਤੋਂ ਬਾਹਰ ਹੈ। ਜਿਨ੍ਹਾਂ ਦਾ ਚਿਹਰਾ ਹੀ ਪੰਥ ਵਿਰੋਧੀ ਹੈ ਉਹ ਆਪਣੇ ਆਪ ਨੂੰ ਪੰਥਕ ਕਹਿਣ ਵਾਲੀ ਪਾਰਟੀ ਦੇ ਵਿੱਚ ਸ਼ਾਮਲ ਕਿਵੇਂ ਹੋ ਗਏ? ਇਹ ਮੇਰੀ ਸਮਝ ਤੋਂ ਬਾਹਰ ਹੈ। MLA ਦੀ ਸੀਟ ਦੇ ਦਿੱਤੀ ਜਾਂਦੀ ਆ, ਮੰਤਰੀ ਬਣਾਤਾ, ਉਸ ਤੋਂ ਬਾਅਦ ਦੇ ਵਿੱਚ ਹੁਣ ਤੁਹਾਡੇ ਬਰਾਬਰ ਖੜੇ ਕਰ ਦੇਣਾ। ਕਿਉਂਕਿ ਜੇ ਮਾਸਟਰ ਤਾਰਾ ਸਿੰਘ ਦੀ ਗੱਲ ਕਰੀਏ ਤੇ ਪੰਥਕ ਸੋਚਾਂ ਜਿਹੜੀਆਂ ਸੀ ਉਸ ਪਰਿਵਾਰ ਦੇ ਨਾਲ ਤੁਹਾਡਾ ਰਿਸ਼ਤਾ ਵਾ, ਤੇ ਜਦੋਂ ਪੰਥਕ ਸੋਚ ਦੀ ਗੱਲ ਹੁੰਦੀ ਹੈ ਤੇ ਉਹਦੇ ਵਿੱਚ ਪੰਥਕ ਚਿਹਰੇ ਅੱਗੇ ਆਉਂਦੇ ਆ। ਜੇ SGPC ਦੀ ਗੱਲ ਕਰਦੇ ਆ, ਕੋਈ ਧਰਮ ਮਾੜਾ ਨਹੀਂ ਕਹਿ ਸਕਦੇ, ਉਹ ਭਾਵੇਂ ਮੁਸਲਮਾਨ ਆ, ਹਿੰਦੂ ਆ, ਈਸਾਈ ਆ, ਧਰਮ ਕੋਈ ਮਾੜਾ ਨਹੀਂ ਹੈਗਾ। ਹਾਂ, ਜਿੱਥੇ ਲੋੜ ਹੈਗੀ ਆ ਉਹਨਾਂ ਨੂੰ ਆਪਾਂ ਖੜੇ ਕਰ ਸਕਦੇ ਆ। ਜੇ ਕੋਈ ਚਿਹਰਾ ਚੰਗਾ ਵਾ ਉਹਨੂੰ ਅੱਗੇ ਆ ਸਕਦਾ, ਪਰ ਇਹ ਚਿਹਰੇ ਤੇ ਪਹਿਲਾਂ ਹੀ ਕਾਲੇ ਹੋ ਚੁੱਕੇ ਆ। ਇਜ਼ਹਾਰ ਆਲਮ ਦੀ ਗੱਲ ਕਰੀਏ, ਬੇਸ਼ੱਕ ਉਹਦੇ ਪਰਿਵਾਰ ਦੀ ਗਲਤੀ ਨਹੀਂ ਹੈਗੀ, ਇਜ਼ਹਾਰ ਆਲਮ ਦੀ ਗਲਤੀ ਆ, ਪਰ ਉਸ ਪਰਿਵਾਰ ਨੂੰ ਨਵਾਜ ਦਿੱਤਾ ਜਾਂਦਾ ਵਾ ਵੱਡੇ ਅਹੁਦੇ ਦੇ ਕੇ। ਗੱਲ ਪਰਿਵਾਰ ਦੀ ਨਹੀਂ ਹੈ, ਗੱਲ ਇਹ ਹੈਗੀ ਹੈ ਕਿ ਤੁਸੀਂ ਇੱਕ ਚਿਹਰਾ, ਉਹ ਜਿਹੜਾ ਉਹ ਸਿੱਖ ਹਿਤੈਸ਼ੀ ਚਿਹਰਾ ਨਹੀਂ ਹੈ। ਜਦੋਂ ਉਹ ਪਾਵਰ ਵਿੱਚ ਸੀ, ਜੋ ਕੁਝ ਕਰ ਰਿਹਾ ਸੀ, ਜਿਹੜੀਆਂ ਉਹਨੂੰ ਸ਼ਾਬਾਸ਼ੀਆਂ ਮਿਲ ਰਹੀਆਂ ਸੀ, ਜਿਹੜੀਆਂ ਉਹਨੂੰ ਇਨਾਮ ਤੇ ਤਰੱਕੀਆਂ ਮਿਲ ਰਹੇ ਸੀ, ਕੀ ਉਹਦੇ ਵਿੱਚ ਉਹਦਾ ਪਰਿਵਾਰ ਭਾਈਵਾਲ ਨਹੀਂ ਸੀ? ਔਰ ਕੀ ਉਹ ਪਰਿਵਾਰ ਦੀ ਇੱਕ ਸੋਚ ਨਹੀਂ ਹੈ? ਗੱਲ ਤਾਂ ਇਹ ਸਾਰੇ ਇੱਕੋ ਸੋਚ ਦੇ ਮਾਲਕ ਹਨ ਨਾ, ਗੱਲ ਤਾਂ ਸੋਚ ਦੀ ਹੈ। ਆਪਾਂ ਜੇ ਗੱਲ ਕਰੀਏ, ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਲਗਾਤਾਰ ਮੋਰਚੇ ਲੱਗੇ ਆ। ਉਧਰਲੇ ਪਾਸੇ ਲੋਂਗੋਵਾਲ ਪਿੰਡ ਦੇ ਵਿੱਚ ਮੋਰਚਾ ਲੱਗਾ, ਪ੍ਰਧਾਨ ਸਾਹਿਬ ਦੇ ਆਪਣੇ ਪਿੰਡ 'ਚ ਮੋਰਚਾ ਲੱਗਾ ਵਾ। ਇੱਥੇ ਬੈਠੇ ਹੋਏ ਵੀ ਸਾਡੇ ਸਿੰਘ ਆ ਜਿਹੜੇ ਦਰਬਾਰ ਸਾਹਿਬ, ਜਿਹੜੇ ਇੱਕੋ ਹੀ ਗੱਲ ਕਹਿ ਰਹੇ ਕਿ 328 ਸਰੂਪਾਂ ਦਾ ਮਸਲਾ, ਜਾਂ ਤਾਂ ਉਹਨਾਂ ਨੂੰ ਸਜ਼ਾਵਾਂ ਹੋਣ ਤੇ SGPC ਦੱਸੇ ਕਿ ਉਹ ਸਰੂਪ ਗਏ ਕਿੱਥੇ ਆ। ਅਜੇ ਤੱਕ ਇਹ ਨਹੀਂ ਪਤਾ ਲੱਗ ਰਿਹਾ ਕਿ ਉਹ ਸਰੂਪ 328 ਸਰੂਪ ਕਿੱਥੇ ਗਏ ਆ। ਤੇ ਦੂਜੇ ਪਾਸੇ 450 ਸਰੂਪ ਜਿਹੜਾ ਕਿ ਕੈਨੇਡਾ ਧਰਤੀ 'ਤੇ ਭੇਜ ਦਿੱਤਾ ਜਾਂਦਾ, ਤੇ ਕਈ ਦਿਨ ਇੱਕ ਬੱਸ 'ਚ ਰਹਿੰਦਾ ਵਾ। ਉਹ ਸਰੂਪ 450 ਸਰੂਪਾਂ ਦੀ ਬੇਅਦਬੀ ਹੋਈ ਕਿਉਂਕਿ ਉਹ ਸਲਾਬ ਕਾਰਨ ਉਹ ਵੀ ਖਰਾਬ ਹੋ ਚੁੱਕੇ ਸੀ। ਇਸ ਚੀਜ਼ ਨੂੰ ਕਿਵੇਂ ਵੇਖਦੇ ਆ? ਕੇਵਲ ਨਗਰ ਕੀਰਤਨ ਕੱਢਣਾ, ਲੈ ਕੇ ਪਹੁੰਚਣਾ, ਉੱਥੇ ਅਕਾਲੀ ਦਲ ਨਹੀਂ ਪਹੁੰਚ ਸਕਦਾ, ਦਿੱਲੀ ਕਮੇਟੀ ਨਹੀਂ ਪਹੁੰਚ ਸਕਦੀ, ਤੇ ਉੱਥੇ ਸਰੂਪ ਕਈ ਦਿਨ ਰੁਕੇ ਰਹਿੰਦੇ ਆ। 328 ਸਰੂਪਾਂ ਦੀ ਗੱਲ ਕਰੀਏ ਤਾਂ ਮੋਰਚੇ ਵੀ ਲੱਗੇ ਆ, ਪਰ ਕੋਈ ਆਵਾਜ਼ ਨਹੀਂ ਸੁਣਾਈ ਜਾ ਰਹੀ। ਕੇਵਲ ਕਿਹਾ ਜਾ ਰਿਹਾ ਕਿ ਇਹ ਜਿਹੜੀਆਂ ਸਜ਼ਾਵਾਂ ਵਾ ਇਹ ਸਿੰਘ ਸਾਹਿਬ ਦੇ ਸਕਦੇ ਆ, ਇਸ ਤੋਂ ਬਾਅਦ 'ਚ ਅਸੀਂ ਜਿਹੜੇ ਸਜ਼ਾਵਾਂ ਨਹੀਂ ਦੇ ਸਕਦੇ, ਕਿਉਂਕਿ 328 ਸਰੂਪਾਂ ਤੋਂ ਅਲੱਗ ਮਸਲਾ ਜਿਹੜਾ ਬਣਿਆ ਹੋਇਆ ਵਾ। ਜੇ ਥਾਂ ਥਾਂ 'ਤੇ ਬੇਅਦਬੀਆਂ ਹੁੰਦੀਆਂ ਤੇ ਅਸੀਂ ਕਹਿੰਦੇ ਕਿ ਜਿਹੜਾ ਬੇਅਦਬੀ ਕਰਨ ਵਾਲਾ ਵਾ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ, ਪਰ ਜੇ ਸਾਡਾ ਆਪਣਾ ਕੋਈ ਕਰਦਾ ਤੇ ਅਸੀਂ ਕਹਿੰਦੇ ਕਿ ਉਹਨੂੰ ਪੰਥਕ ਰਵਾਇਤਾਂ ਨਾਲ ਸਜ਼ਾਵਾਂ ਦਿਓ। ਮੈਂ ਕਈ ਵਾਰ ਸੋਚਦੀ ਹਾਂ, ਸਾਡੀ ਸ਼ੇਰਾਂ ਦੀ ਕੌਮ ਹੈ, ਕੀ ਅਸੀਂ ਅਰਜ਼ੀਆਂ ਲੈ ਕੇ ਤੁਰੇ ਫਿਰਦੇ ਹਾਂ ਜੀ, ਆ ਜੀ ਬੇਅਦਬੀ ਇਹਨਾਂ ਫਲਾਣੇ ਨੇ ਕਰਤੀ ਜੀ, ਇਹਦੇ ਤੇ ਪਰਚਾ ਦਰਜ ਕੀਤਾ ਜਾਵੇ। ਮਤਲਬ ਇਹਦੇ ਵਿੱਚੋਂ ਜਿਹੜੀ ਤੁਸੀਂ 328 ਬੀੜਾਂ ਵਾਲੀ ਗੱਲ ਕੀਤੀ, ਉਹ ਬੇਅਦਬੀ ਦਾ ਮਸਲਾ ਨਹੀਂ ਹੈ, ਠੀਕ ਹੈ। ਉਹਦੇ ਵਿੱਚ ਕਿਉਂ ਬੇਅਦਬੀ ਦਾ ਮਸਲਾ ਨਹੀਂ ਹੈ? ਕਿਉਂਕਿ ਸ਼੍ਰੋਮਣੀ ਕਮੇਟੀ ਦੀ ਪ੍ਰੈਸ ਦੇ ਵਿੱਚ ਜਦੋਂ ਬੀੜਾਂ ਤਿਆਰ ਹੋਈਆਂ, ਜਦੋਂ ਇਹਨਾਂ ਨੂੰ ਲੇਜਰ ਦੇ ਉੱਪਰ ਇਹਨਾਂ ਦਾ ਨੰਬਰ ਚੜਾਉਣਾ ਸੀ, ਉਹ ਚੜਾਇਆ ਨਹੀਂ ਗਿਆ। ਉੱਥੇ ਹਿਸਾਬ ਕਿਤਾਬ ਦੇ ਵਿੱਚ ਗੜਬੜ ਹੈ। ਕਿੰਨੀਆਂ ਬੀੜਾਂ ਤਿਆਰ ਹੋਈਆਂ, ਕਿੰਨੀਆਂ ਬੀੜਾਂ ਸੰਗਤ ਕੋਲ ਜਾਂ ਗੁਰਦੁਆਰੇ ਗਈਆਂ, ਕੀ ਭੇਟਾ ਆਈ, ਕਿਹੜੀਆਂ ਭੇਟਾਂ ਰਹਿਤ ਦਿੱਤੀਆਂ, ਕਿੱਥੇ ਕਿੱਥੇ ਦਿੱਤੀਆਂ।
ਉਹ ਤਾਂ ਕਿਹਾ ਜਾ ਰਿਹਾ ਨੇ ਕਿ ਉਹ ਭੇਟਾ ਲੈ ਕੇ ਤੇ ਭੇਟਾ ਜੇਬ 'ਚ ਪਾ ਲਈ ਸੀ ਉਹਨਾਂ ਨੇ, ਮੁਲਾਜ਼ਮ ਸੀ ਉਹ ਵੀ ਐਸਜੀਪੀਸੀ ਦੇ ਮੁਲਾਜ਼ਮ ਸੀ। ਬਿਲਕੁਲ ਸਹੀ ਹੈ। ਜਦੋਂ ਜਿਹੜੀ ਭੇਟਾ ਆਈ ਉਹ ਭੇਟਾ ਜਮ੍ਹਾਂ ਨਹੀਂ ਕਰਾਈ ਗਈ ਤੇ ਸ਼੍ਰੋਮਣੀ ਕਮੇਟੀ ਦੇ ਵਿੱਚ ਖੁੱਲੇ ਗੱਫੇ ਤਾਂ ਹੈ ਨਹੀਂ ਜੀ, ਬਕਾਇਦਾ ਇੱਕ ਨਿਯਮ ਇੱਕ ਕਾਨੂੰਨ ਦੇ ਅਨੁਸਾਰ ਚੱਲਦੀ ਹੈ। ਜੇ ਇੰਨਾ ਸਟਾਫ ਰੱਖਿਆ ਤੇ ਉਹ ਹਿਸਾਬ ਕਿਤਾਬ ਰੱਖਣ ਵਾਸਤੇ ਹੀ ਕੀਤਾ ਹੈ ਨਾ। ਜੇ ਸਟਾਫ ਦੀ ਅਣਗਹਿਲੀ ਉਹਨਾਂ ਹਿਸਾਬ ਕਿਤਾਬ ਨਹੀਂ ਰੱਖਿਆ ਤੇ ਚੈੱਕ ਕਰਨ ਵਾਲੇ ਵੀ ਤਾਂ ਉੱਪਰ ਨਾ, ਚੈੱਕ ਕਰਨ ਵਾਲਿਆਂ ਵੀ ਚੈੱਕ ਨਹੀਂ ਕੀਤਾ। ਜੇ ਕੁਝ ਸਾਹਮਣੇ ਆਇਆ ਤੇ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਸੀ ਉਹਨਾਂ ਨੇ ਵੀ ਨਹੀਂ ਵੇਖਿਆ ਕੀ ਹੋ ਰਿਹਾ। ਗਲਤੀ ਤੇ ਗਲਤੀ ਹੁੰਦੀ ਗਈ ਨਾ, ਗਲਤੀ ਤੇ ਗਲਤੀ ਇੱਕ ਕਿਸੇ ਲੈਵਲ ਦੇ ਉੱਪਰ ਵੀ ਚੈੱਕ ਨਹੀਂ ਹੋਈ। ਪਰ ਜਿਹੜੀ ਪੜਤਾਲੀਆ ਰਿਪੋਰਟ ਵੀ ਆਈ ਹੈ ਜਿਹਦੀ ਜਿਹੜਾ ਕਮਿਸ਼ਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਬਣਾਇਆ ਸੀ, ਉਹਦੀ ਰਿਪੋਰਟ ਵਿੱਚ ਵੀ ਇਹ ਗਿਆ ਕਿ ਵੀ ਭਾਵੇਂ ਹਾਲੇ ਪਤਾ ਨਹੀਂ ਲੱਗ ਰਿਹਾ ਪਰ ਇਹ ਲੱਗਦਾ ਗਈਆਂ ਉੱਥੇ ਹੀ ਹਨ ਜਿੱਥੇ ਕਿ ਗੁਰੂ ਨੂੰ ਮੰਨਣ ਵਾਲੇ। ਬੀੜਾਂ ਜਿਹੜੀਆਂ ਉਹਨਾਂ ਦੀ ਬੇਅਦਬੀ ਦੀ ਨਹੀਂ ਇਹਦੇ ਵਿੱਚ ਗੱਲ, ਉਹਦੇ ਵਿੱਚ ਬੀੜਾ ਸਟਾਕ ਦੇ ਵਿੱਚੋਂ ਘਟਣ ਦੀ ਗੱਲ ਹੈ। ਸਵਾਲ ਇਹ ਹੈ ਕਿ ਵੀ ਇਹ ਕਲੀਅਰ ਨਹੀਂ ਹੋ ਰਿਹਾ ਕਿ ਗਈਆਂ ਕਿੱਥੇ, ਸੋ ਉਹਨੂੰ ਬੇਅਦਬੀ ਨਾ ਕਿਹਾ ਜਾਵੇ। ਦੂਸਰੀ ਗੱਲ ਜਿਹੜੀ ਕੈਨੇਡਾ ਗਈ ਹੈ ਇੱਕ ਬੱਸ ਬੀੜਾਂ ਦੀ, ਉਹ ਇੱਕ ਵੱਖਰਾ ਮਸਲਾ ਹੈ ਕਿਉਂਕਿ ਉਹ ਜਿਹੜੀਆਂ ਬੀੜਾਂ ਉਹ ਬਕਾਇਦਾ ਦਫ਼ਤਰ ਦੇ ਆਰਡਰ ਦੇ ਨਾਲ ਕਾਊਂਟ ਕਰਕੇ ਹਿਸਾਬ ਦੇ ਨਾਲ ਡਿਊਟੀਆਂ ਲੱਗ ਕੇ ਕਿੰਨੇ ਕਿੰਨੇ ਜਾਣਾ ਹੈ, ਕਿਸ ਤਰ੍ਹਾਂ ਜਾਣਾ ਹੈ, ਉਹ ਸਾਰਾ ਕੁਝ ਅਕਾਊਂਟਡ ਫॉर ਗਿਆ। ਹੁਣ ਤੁਸੀਂ ਕਹਿੰਦੇ ਹੋ ਕਿ ਜਿਹੜੀ ਬੱਸ ਉੱਥੇ ਖੜੀ ਰਹੀ, ਹੁਣ ਜਦੋਂ ਬੱਸ ਟ੍ਰਾਂਜ਼ਿਟ ਵਿੱਚ ਸੀ, ਜਦੋਂ ਇੱਥੋਂ ਅੰਮ੍ਰਿਤਸਰ ਤੋਂ ਨਿਕਲੀ ਆ ਅੱਗੇ ਗਈ ਹੈ ਬਾਈ ਸੀ, ਜਿਸ ਤਰ੍ਹਾਂ ਬੱਸ ਗਈ ਹੈ ਜੋ ਵੀ ਗਿਆ ਹੈਗਾ, ਉਸ ਸਮੇਂ ਵੀ ਤਾਂ ਬੀੜਾ ਉਸੇ ਤਰ੍ਹਾਂ ਹੀ ਸੀ ਨਾ। ਜੇ ਇੱਕ 에ਅਰਪੋਰਟ ਤੇ ਇਹਦੇ ਸੀ ਪੋਰਟ ਦੇ ਉੱਪਰ ਜਾ ਕਰ ਅਗਰ ਬੱਸ ਖੜੀ ਰਹੀ ਹੈ ਤੇ ਉਹਦੇ ਵਿੱਚ ਮੈਂ ਨਹੀਂ ਸਮਝਦੀ ਬੱਸ ਖੜੀ ਰਹੀ ਦੇ ਵਿੱਚ ਕੋਈ ਬੇਅਦਬੀ ਹੋ ਗਈ ਹੈ। ਟ੍ਰਾਂਜ਼ਿਟ ਵੀ ਤਾਂ ਉਸੇ ਤਰ੍ਹਾਂ ਹੀ ਪਈਆਂ ਸੀ ਨਾ ਬੀੜਾਂ, ਪਰ ਇੱਕ ਜਗ੍ਹਾ ਤੇ ਕਿਸੇ ਨੇ ਛੇੜ, ਦੇਖੋ ਬੇਅਦਬੀ ਤਾਂ ਹੈ ਜੇ ਕਿਸੇ ਨੇ ਜਾਣ ਬੁੱਝ ਕੇ ਛੇੜਿਆ ਹੋਏ। ਹੁਣ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਅਕਾਲ ਤਖਤ ਸਾਹਿਬ ਦੇ ਉੱਪਰ ਪਹਿਲੇ ਜਿਹੜਾ ਸੁਖਾਸਨ ਵਾਲਾ ਸਥਾਨ ਹੈ ਕੋਠਾ ਸਾਹਿਬ, ਉੱਥੇ ਏਸੀ ਨਹੀਂ ਸੀ ਲੱਗਾ ਹੁੰਦਾ। ਜਦੋਂ ਦਮਦਮੀ ਟਕਸਾਲ ਨੇ ਉਹਦੀ ਸੇਵਾ ਕੀਤੀ, ਇਹਨਾਂ ਨੇ ਉਸ ਸਥਾਨ ਤੇ ਏਸੀ ਲਾ ਦਿੱਤਾ। ਜਦੋਂ ਏਸੀ ਲਾਇਆ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦਾ ਉਸ ਏਸੀ ਦੇ ਨਾਲ ਨੁਕਸਾਨ ਹੋਇਆ। ਸਲਾਬੀਆਂ ਗਈਆਂ, ਬੀੜਾ ਪੰਨੇ ਜੁੜੇ, ਕੀ ਅਸੀਂ ਇਹਨੂੰ ਬੇਅਦਬੀ ਕਵਾਂਗੇ? ਸੋ ਇਹ ਜੋ ਕੈਨੇਡਾ ਹੋਇਆ ਮੌਸਮ ਦੇ ਨਾਲ ਜਾਂ ਬੀੜਾ ਪਈਆਂ ਰੀਆਂ ਜੋ ਵੀ ਹੋਇਆ, ਇਹ ਹੋਰ ਵੀ ਸਵਾਲ ਬੀਬੀ ਜੀ ਉੱਠਦਾ, ਇੱਕ ਸਵਾਲ ਉੱਠਦਾ ਵਾ ਕਿ ਉੱਥੇ ਪ੍ਰੋਗਰਾਮ ਬਣਾਇਆ ਗਿਆ ਸੀ ਅਕਾਲੀ ਦਲ ਦੇ ਇੱਥੋਂ ਵਰਕਰ ਸਾਹਿਬਾਨ ਜਾਣੇ ਸੀ, ਜਿਹੜੀਆਂ ਬੀੜਾਂ ਗਈਆਂ ਸੀ 450 ਸਰੂਪ ਗਿਆ ਸੀ ਉੱਥੇ, ਉਹ ਇੱਕ ਨਗਰ ਕੀਰਤਨ ਦੀ ਰੂਪ ਦੇ ਵਿੱਚ ਅੱਗੇ ਪਹੁੰਚਣਾ ਸੀ, ਇਹ ਨਹੀਂ ਪਹੁੰਚ ਸਕੇ ਤੇ ਕਈ ਦਿਨ ਉਹ ਬੀੜਾਂ ਇੱਕ ਜਗ੍ਹਾ ਤੇ ਹੀ ਰੱਖੀਆਂ ਜਾਂਦੀਆਂ ਵਾ ਤੇ ਜਦੋਂ ਪਤਾ ਲੱਗਦਾ ਉਹ ਤੋਂ ਬਾਅਦ ਗੁਰਦੁਆਰਾ ਸਾਹਿਬ ਸ਼ਿਫਟ ਕੀਤੀਆਂ ਜਾਂਦੀਆਂ। ਦੇਖੋ ਉਸ ਮਾਮਲੇ 'ਚ ਮੈਂ ਨਹੀਂ ਕੋਈ ਕਮੈਂਟ ਕਰ ਸਕਦੀ ਕਿਉਂਕਿ ਮੈਂ ਉਸ ਦਾ ਹਿੱਸਾ ਨਹੀਂ, ਉਸ ਡਿਸੀਜਨ ਮੇਕਿੰਗ ਦਾ ਨਾ ਮੈਨੂੰ ਪਤਾ ਹੈ ਕਿ ਵੀ ਕੀ ਇਹਨਾਂ ਦਾ ਪਲਾਨ ਸੀ। ਇਹ ਤਾਂ ਹੁਣ ਗੱਲਾਂ ਸਾਹਮਣੇ ਆਈਆਂ, ਸਾਨੂੰ ਤਾਂ ਇੰਨਾ ਪਤਾ ਸੀ ਕਿ ਕੈਨੇਡਾ ਤੋਂ ਮੰਗ ਆਈ ਹੈ ਤੇ ਉੱਥੇ ਬੀੜਾਂ ਭੇਜੀਆਂ ਜਾਣੀਆਂ ਤੇ ਸਾਨੂੰ ਇਹ ਪਤਾ ਸੀ ਕਿ ਇੱਥੋਂ ਬਕਾਇਦਾ ਇੱਕ ਸਪੈਸ਼ਲ ਬੱਸ ਤਿਆਰ ਹੋਈ ਆ ਔਰ ਉਹਦੇ ਵਿੱਚ ਕੁਝ ਆਪਣੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਸਟਾਫ ਦੇ ਬੰਦੇ ਔਰ ਉਹ ਬੀੜਾਂ ਨੂੰ ਰੱਖ ਕੇ ਤੇ ਕੈਨੇਡਾ ਲੈ ਕੇ ਗਏ। ਇਸ ਤੋਂ ਅੱਗੇ ਕੀ ਹੋਇਆ ਇਹਦੀ ਸਾਨੂੰ ਜਾਣਕਾਰੀ ਉਸ ਵਕਤ ਨਹੀਂ ਸੀ। 328 ਰੁਪਏ ਦੀ ਗੱਲ ਕਰੀਏ, ਮੋਰਚੇ ਦੋ ਥਾਂ ਤੇ ਲੱਗੇ ਆ, ਇੱਕ ਲੌਂਗੋਵਾਲ ਪਿੰਡ 'ਚ ਲੱਗਾ ਵਾ, ਇੱਕ ਦਰਬਾਰ ਸਾਹਿਬ ਦੇ ਬਿਲਕੁਲ ਲਾਗੇ ਲੱਗਾ ਵਾ। ਇੱਕੋ ਹੀ ਮੰਗ ਹੋ ਰਹੀ ਹੈ ਕਿ ਜਾਂ ਪਰਚੇ ਦਰਜ ਹੋਣ, ਬੇਸ਼ੱਕ ਉਹਨਾਂ ਨੇ ਪੈਸੇ ਜੇਬਾਂ 'ਚ ਪਾ ਲਏ ਸੀ, ਗਲਤੀਆਂ ਕੀਤੀਆਂ, ਜਦੋਂ ਗਲਤੀ ਕੋਈ ਕਰਦਾ ਤਾਂ ਪਰਚਾ ਦਰਜ ਹੋਣ ਦੀ ਤੇ ਕਾਰਵਾਈ ਹੋਣੀ ਚਾਹੀਦੀ ਹੈ। ਇਹ ਚੀਜ਼ ਨੂੰ ਕਿਵੇਂ ਲੈਂਦੇ ਤੁਸੀਂ? ਦੇਖੋ ਜਿਹੜੀਆਂ ਜਥੇਬੰਦੀਆਂ ਬੈਠੀਆਂ, ਮੈਨੂੰ ਲੱਗਦਾ ਉਹਨਾਂ ਦਾ ਜਥੇਬੰਦੀਆਂ ਦਾ ਇਸ ਤਰ੍ਹਾਂ ਬੈਠਣਾ ਸਹੀ ਨਹੀਂ ਹੈ ਕਿਉਂਕਿ ਜੇ ਤਾਂ ਹੋਏ ਨਾ ਕਿ ਵੀ ਕੋਈ ਹੋਰ ਆਵਾਜ਼ ਉਠਾ ਨਹੀਂ ਰਿਹਾ ਕਿ ਵੀ ਜੋ ਕਾਰਵਾਈ ਹੋਈ ਵੀ ਉਹ ਉੱਥੇ ਸ਼੍ਰੋਮਣੀ ਕਮੇਟੀ ਖਤਮ ਕਰ ਰਹੀ ਹੈ ਤੇ ਫਿਰ ਉਹਨਾਂ ਦਾ ਹੱਕ ਬਣਦਾ ਹੈ। ਜਦੋਂ ਸ਼੍ਰੋਮਣੀ ਕਮੇਟੀ ਦੇ ਹੀ 15 ਮੈਂਬਰ ਰਲ ਕੇ ਪ੍ਰਧਾਨ ਨੂੰ ਇਹ ਕਹਿ ਰਹੇ ਨੇ, ਬਕਾਇਦਾ ਤੁਸੀਂ ਦੇਖਿਆ ਵੀ ਹੋਣਾ ਕਿ ਵੀ ਲੀਗਲ ਨੋਟਿਸ ਵੀ ਪ੍ਰਧਾਨ ਨੂੰ ਦਿੱਤਾ ਹੈ ਵੀ ਜਿਹੜੀ ਤੁਹਾਡੇ ਕੋਲ ਪੜਤਾਲੀਆ ਰਿਪੋਰਟ ਆਈ ਹੈ ਉਹਨੂੰ ਤੁਸੀਂ ਪੜ੍ਹੋ ਤਾਂ ਸਹੀ, ਉਹਦੇ ਤੇ ਅਮਲ ਤਾਂ ਕਰੋ। ਔਰ ਇਹੀ ਗੱਲ ਮੈਂ ਵੀ ਹਾਊਸ ਵਿੱਚ ਕਹੀ ਸੀ ਜਦੋਂ ਪਿਛਲਾ ਜਨਰਲ ਇਜਲਾਸ ਹੋਇਆ, ਇਹੀ ਗੱਲ ਕਹੀ ਸੀ ਕਿ ਜਿਹੜੀ ਤੁਹਾਡੇ ਕੋਲ ਇਨਕੁਆਇਰੀ ਕਮਿਸ਼ਨ ਦੀ ਰਿਪੋਰਟ ਆਈ ਹੈ, ਜੇ 1100-1150 ਸਫ਼ੇ ਦੀ ਰਿਪੋਰਟ ਹੈ, ਹਰ ਕੋਈ ਤਾਂ ਪੜ੍ਹ ਨਹੀਂ ਲਏਗਾ ਵੀ ਇਹਦੀ ਇੱਕ ਕੋਈ 2-3 ਮੈਂਬਰਾਂ ਦੀ ਸਬ ਕਮੇਟੀ ਬਣ ਜੇ, ਉਹ ਉਹਨੂੰ ਪੜ੍ਹਨ ਰਿਪੋਰਟ ਨੂੰ ਔਰ ਉਹਦੇ ਅਨੁਸਾਰ ਕਾਰਵਾਈ ਕਰਨ। ਹੁਣ ਇਹਦੇ ਵਿੱਚ ਦੇਖੋ ਸ਼੍ਰੋਮਣੀ ਕਮੇਟੀ ਨੇ ਕਾਲੀ ਦੇ ਵਿੱਚ ਬੜੇ ਗਲਤੀਆਂ ਕੀਤੀਆਂ, ਬੜੇ ਗਲਤ ਫੈਸਲੇ ਕੀਤੇ। ਕਾਲੀ ਦੇ ਵਿੱਚ ਮੈਂ ਤੁਹਾਡੀ ਗੱਲ ਰੋਕਦਾ, ਮਾਫੀ। ਜਦੋਂ ਮੀਟਿੰਗ ਹੁੰਦੀ ਆ ਕਾਲਜ ਦੇ ਵਿੱਚ
ਵੱਲੇ ਵਾਲੇ ਦੇ ਵਿੱਚ, ਉੱਥੇ ਪ੍ਰਧਾਨ ਸਾਹਿਬ ਆਪ ਹੀ ਕਹਿੰਦੇ ਆ ਕਿ ਸਜ਼ਾਵਾਂ ਹੋਣਗੀਆਂ। ਕੁਝ ਦਿਨਾਂ ਬਾਅਦ ਯੂ ਟਰਨ ਲੈ ਲਿਆ ਜਾਂਦਾ ਵਾ, ਆਪ ਹੀ ਕਿਹਾ ਜਾਂਦਾ ਕਿ ਸਜ਼ਾਵਾਂ ਦਿੱਤੀਆਂ ਜਾਣਗੀਆਂ। ਮੈਂ ਉਸੇ ਗੱਲ ਦੇ ਉੱਪਰ ਆ ਰਹੀ ਹਾਂ ਨਾ ਕਿ ਤੁਸੀਂ ਦੇਖੋ 24 ਅਗਸਤ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਰਿਪੋਰਟ ਮਿਲਦੀ ਹੈ ਤੇ ਉਹ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਦੇ ਦਿੰਦੇ ਨੇ ਕਿ ਇਹਨੂੰ ਐਗਜ਼ੈਕਟਿਵ ਵਿੱਚ ਵਿਚਾਰਿਆ ਜਾਏ ਔਰ ਇਹਦੇ ਉੱਪਰ ਐਕਸ਼ਨ ਲਿਆ ਜਾਏ। ਕਿਉਂਕਿ ਦੇਖੋ ਅਕਾਲ ਤਖਤ ਦੇ ਜਥੇਦਾਰ ਕੋਲ ਕੋਈ ਐਡਮਿਨਿਸਟ੍ਰੇਟਿਵ ਦਫ਼ਤਰੀ ਪਾਵਰ ਨਹੀਂ ਹੈਗੀ। ਜਿਹੜਾ ਮੁਲਾਜ਼ਮ ਦਫ਼ਤਰ ਦਾ ਹੈ ਉਹਦੇ ਤੇ ਦਫ਼ਤਰ ਹੀ ਐਕਸ਼ਨ ਲੈ ਸਕਦਾ ਹੈ, ਕੋਈ ਬਾਹਰਲਾ ਬੰਦਾ ਐਕਸ਼ਨ ਨਹੀਂ ਲੈ ਸਕਦਾ। ਸੋ ਜਥੇਦਾਰ ਜੀ ਨੇ ਜਦੋਂ ਇਹਨਾਂ ਨੂੰ ਭੇਜਿਆ ਤੇ ਇਹਨਾਂ ਨੇ 24 ਤੋਂ ਬਾਅਦ 27 ਅਗਸਤ ਨੂੰ ਮੀਟਿੰਗ ਕਾਲ ਕਰਕੇ ਇਮੀਡੀਏਟ ਅਨਾਉਂਸ ਕਰ ਦਿੱਤਾ ਇਹ ਫਲਾਣੇ ਬੰਦੇ ਨੂੰ ਡਿਸਮਿਸ, ਫਲਾਣੇ ਤੇ ਫੌਜਦਾਰੀ, ਲਿਸਟ ਇਹਨਾਂ ਨੇ ਪੂਰੀ ਤਿਆਰ ਕਰਤੀ। ਫਿਰ ਉਸ ਤੋਂ ਬਾਅਦ ਇਹਨਾਂ ਨੇ ਜਦੋਂ 5 ਸਤੰਬਰ ਦੀ ਇਹਨਾਂ ਦੀ ਮੀਟਿੰਗ ਹੋਈ, ਇਹਨਾਂ ਨੇ ਉਹਦੀ ਪੁਸ਼ਟੀ ਨਹੀਂ ਕੀਤੀ ਕਿਉਂਕਿ ਜਦੋਂ ਇਹਨਾਂ ਨੇ 27 ਤਰੀਕ ਫੈਸਲਾ ਲਿਆ ਸੀ ਅਸੀਂ ਉਦੋਂ ਹੀ ਕਿਹਾ ਸੀ ਕਿ ਇਹ ਫੈਸਲਾ ਗਲਤ ਹੈ ਕਿਉਂਕਿ ਤੁਸੀਂ ਇੱਕ ਆਰਡਰ ਦੇ ਨਾਲ ਮੁਲਾਜ਼ਮ ਦੀ ਸਰਵਿਸ ਟਰਮੀਨੇਟ ਨਹੀਂ ਕਰ ਸਕਦੇ। ਮੁਲਾਜ਼ਮ ਨੂੰ ਤੁਸੀਂ ਸ਼ੋ ਕਾਜ਼ ਨੋਟਿਸ ਦਿਓਗੇ, ਉਹਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿਓਗੇ ਔਰ ਉਸ ਤੋਂ ਬਾਅਦ ਉਹਦੇ ਤੇ ਡਿਸੀਜਨ ਹੋਏਗਾ। ਇਹ ਬਕਾਇਦਾ ਅਗਰ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਮੁਲਾਜ਼ਮ ਕੋਰਟ ਵਿੱਚ ਚਲੇ ਜਾਂਦੇ। ਸਰਵਿਸ ਰੂਲਸ ਵੀ ਤਾਂ ਕੋਈ ਚੀਜ਼ ਹੈ ਨਾ। ਸੋ ਸਿਰਫ ਇੱਕ ਸਰਵਿਸ ਰੂਲਸ ਨੂੰ ਸਾਰਿਆਂ ਨੂੰ ਦਰਕਿਨਾਰ ਕਰਕੇ ਤੁਸੀਂ ਇੱਕਦਮ ਇੱਕ ਫੈਸਲਾ ਸੁਣਾ ਦਿੰਦੇ ਹੋ ਤੇ ਜਦੋਂ ਤੁਸੀਂ ਦੇਖਦੇ ਹੋ ਕਿ ਵੀ ਉਹਨੂੰ ਇੱਕ ਲੀਗਲ ਰਸਤੇ ਰਾਹੀਂ ਹੀ ਪੋਸੀਬਲ ਹੈ ਨਾ, ਫਿਰ ਯੂ ਟਰਨ ਲੈ ਲਿਆ ਜਾਂਦਾ ਤੇ ਫਿਰ ਉਹ ਯੂ ਟਰਨ ਲੈ ਲੈਂਦੇ ਨੇ। ਸੋ ਇਹੀ ਮੈਂ ਕਹਿ ਰਹੀ ਸੀ, ਇਹੀ ਜੇ ਇਹਨਾਂ ਨੇ ਕੱਲ੍ਹ ਹੀ ਨਾ ਕੀਤੀ ਹੁੰਦੀ ਤੇ ਉਹ 10 ਦਿਨ 15 ਦਿਨ ਕਿਤੇ ਰਿਪੋਰਟ ਦੇਖ ਲਈ ਹੁੰਦੀ, ਕੋਈ ਮੁਲਾਜ਼ਮਾਂ ਨੂੰ ਬਕਾਇਦਾ ਨੋਟਿਸ ਦੇ ਕੇ ਫਿਰ ਗੱਲ ਕੀਤੀ ਜਾਂਦੀ ਸੀ। ਇਹਨਾਂ ਨੇ ਜਿਹੜਾ ਫੈਸਲਾ ਲਿਆ 27 ਅਗਸਤ ਦੀ ਮੀਟਿੰਗ ਵਿੱਚ 1 ਮਹੀਨਾ ਤੱਕ ਤਾਂ ਉਹ ਇੰਪਲੀਮੈਂਟ ਨਹੀਂ ਕਰ ਸਕੇ। ਇੱਕ ਵਾਰੀ ਲਾਸਟ ਦੇ ਵਿੱਚ ਆਪਾਂ ਐਸਜੀਪੀਸੀ ਦੇ ਨਿਘਾਰ ਵਾਲੇ ਪਾਸੇ ਆਉਂਦੇ ਆ। ਐਸਜੀਪੀਸੀ ਦੇ ਵੀ ਕੁਝ ਜਾਂ ਅਕਾਲੀ ਦਲ ਦੇ ਨਿਘਾਰ ਦੀ ਗੱਲ ਕਰੀਏ ਕਿਉਂਕਿ ਗੱਲਾਂ ਤੇ ਬਹੁਤ ਸਾਰੀਆਂ ਵਾ, ਜੇ ਸਮਾਂ ਹੋਵੇ ਤੇ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ। ਪਰ ਨਿਘਾਰ ਆਉਣ ਦੇ ਕੀ ਕਾਰਨ ਆ, ਕਿਉਂ ਕਿੰਤੂ ਹੋ ਰਹੀ ਆ, ਇੱਥੋਂ ਹੀ ਸਾਨੂੰ ਸੇਧ ਮਿਲਣੀ ਹੁੰਦੀ ਆ। ਸਾਡੀ ਭਾਵੇਂ ਯੰਗ ਪੀੜ੍ਹੀ ਆ ਜਾਂ ਸਾਡੀਆਂ ਸੰਸਥਾਵਾਂ ਵਾ, ਵਿਰੋਧੀ ਸੰਸਥਾਵਾਂ ਵੀ ਕਹਿ ਸਕਦੇ ਆ, ਜਿਨ੍ਹਾਂ ਨੇ ਸਾਡੇ ਕੋਲੋਂ ਸੇਧ ਲੈਣੀ ਹੁੰਦੀ ਹੈ ਕਿ ਸਿੱਖ ਕੌਮ ਦਾ ਨੁਮਾਇੰਦਾ ਜਮਾਤ ਜਿਹੜੀ ਐਸਜੀਪੀਸੀ ਆ ਤੇ ਜੇ ਉਹਦੇ ਵਿੱਚੋਂ ਹੀ ਬਗਾਵਤੀ ਸੁਰਾਂ ਉੱਠਣਗੀਆਂ, ਜੇ ਉਹਦੇ ਵਿੱਚੋਂ ਹੀ ਕਿੰਤੂ ਪਰੰਤੂ ਹੋਏਗੀ ਤਾਂ ਸਾਡੀ ਨੌਜਵਾਨਾਂ ਨੂੰ ਕਿਵੇਂ ਸੇਧ ਮਿਲੇਗੀ। ਤੇ ਅਕਾਲੀ ਦਲ ਦੀਆਂ ਸ਼ਤਾਬਦੀਆਂ ਮਨਾਉਣ ਦਾ ਤੇ ਉਧਰੋਂ ਐਸਜੀਪੀਸੀ ਦੀਆਂ ਸ਼ਤਾਬਦੀਆਂ ਮਨਾਉਣ ਦੀ ਗੱਲ ਕੀਤੀ ਜਾ ਰਹੀ ਆ ਤੇ ਦੂਜੇ ਪਾਸੇ ਬਗਾਵਤੀ ਸੁਰਾਂ ਵੀ ਕਿਉਂ ਉੱਠ ਰਹੀਆਂ? ਦੇਖੋ ਜਥੇਦਾਰ ਗੁਰਚਰਨ ਸਿੰਘ ਟੌੜਾ ਜਦ ਤੱਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ ਉਹਨਾਂ ਨੂੰ ਪੰਥਕ ਸੋਚ ਦੀ, ਪੰਥਕ ਨਬਜ਼ ਦੀ ਪਹਿਚਾਣ ਸੀ। ਉਸ ਤੋਂ ਬਾਅਦ ਜਿਹੜੀ ਇੱਕ ਸੈਕੰਡ ਰੰਗ ਲੀਡਰਸ਼ਿਪ ਹੁੰਦੀ ਹੈ, ਉਸ ਸੈਕੰਡ ਰੰਗ ਲੀਡਰਸ਼ਿਪ ਪੈਦਾ ਨਹੀਂ ਕੀਤੀ ਗਈ। ਜੇ ਹੈ ਤੇ ਜਦੋਂ ਫਿਰ ਟੌੜਾ ਸਾਹਿਬ ਦੇ ਗੁਜ਼ਰਨ ਤੋਂ ਬਾਅਦ ਉਹ ਜਿਹੜੀ ਸੈਕੰਡ ਰੰਗ ਜਿਨ੍ਹਾਂ ਨੂੰ ਥੋੜੀ ਬਹੁਤ ਸਮਝ ਸੀ ਉਹਨਾਂ ਨੂੰ ਬਿਲਕੁਲ ਪਾਸੇ ਕਰ ਦਿੱਤਾ ਗਿਆ ਔਰ ਅਜਿਹੇ ਮੈਂਬਰਾਂ ਦੇ ਕੋਲ ਪਾਵਰ ਆ ਗਈ ਜਿਨ੍ਹਾਂ ਨੂੰ ਪਹਿਲਾਂ ਤਜਰਬਾ ਨਹੀਂ ਸੀ ਸ਼੍ਰੋਮਣੀ ਕਮੇਟੀ ਦਾ। ਹੁਣ ਟੌੜਾ ਸਾਹਿਬ ਤੋਂ ਬਾਅਦ ਜਿੰਨੇ ਵੀ ਪ੍ਰਧਾਨ ਬਣੇ ਹੈਗੇ ਨੇ ਉਹ ਸਿੱਧੀ ਪ੍ਰਧਾਨਗੀ ਦੀ ਸੀਟ ਦੇ ਉੱਪਰ ਆਏ। ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ ਕਦੀ ਐਗਜ਼ੈਕਟਿਵ ਵਿੱਚ ਕੰਮ ਨਹੀਂ ਕੀਤਾ, ਕਦੀ ਉਹਨਾਂ ਨੇ ਸਬ ਕਮੇਟੀਆਂ 'ਚ ਕੰਮ ਨਹੀਂ ਕੀਤਾ, ਜਿਸ ਕਰਕੇ ਉਹਨਾਂ ਨੂੰ ਇਸ ਦੀ ਵਰਕਿੰਗ ਦਾ ਪਤਾ ਹੀ ਨਹੀਂ ਲੱਗਾ। ਔਰ ਉਹਦੇ ਵਿੱਚ ਕੀ ਹੋਇਆ ਕਿ ਜਿਹੜੇ EMPLOYEES ਹਨ ਉਹ ਕਹਿੰਦੇ ਨਾ ਜਦੋਂ ਬੌਸ ਵੀਕ ਹੋਵੇ EMPLOYE ਫਿਰ ਹਾਵੀ ਹੋ ਜਾਂਦੇ ਨੇ, ਥੋਪ ਦਿੱਤੇ ਜਾਂਦੇ ਕਹਿ ਸਕਦੇ ਨੇ ਕਿ ਥੋਪੇ ਹੀ ਜਾਂਦੇ ਫਿਰ ਪ੍ਰਧਾਨ ਹੋ ਗਿਆ ਜਾਂ ਕੁਝ ਵੀ। ਥੋਪੇ ਨਹੀਂ ਜਾਂਦੇ, ਹੁੰਦੀ ਤਾਂ ਇਲੈਕਸ਼ਨ ਨਹੀਂ ਹੈ, ਟੈਕਨੀਕਲੀ ਤਾਂ ਇਲੈਕਸ਼ਨ ਨਹੀਂ ਹੈ। ਤੇ ਜਦੋਂ ਇਹੋ ਜਿਹੇ ਬੰਦੇ ਆ ਗਏ ਜਿਨ੍ਹਾਂ ਦੀ ਸੋਚ ਦੀ ਗਰੂਮਿੰਗ ਨਹੀਂ ਸੀ ਕੀਤੀ ਗਈ, ਇਹੋ ਜਿਹੇ ਬੰਦੇ ਆ ਗਏ ਜਿਨ੍ਹਾਂ ਨੂੰ ਐਸਜੀਪੀਸੀ ਦਾ ਤਜਰਬਾ ਨਹੀਂ ਸੀ ਤੇ ਉਹ ਫੈਸਲੇ ਜਿਹੜੇ ਸੀ ਉਹਨਾਂ ਦੇ ਵਿੱਚ ਗਲਤੀਆਂ ਹੋਣੀਆਂ ਸ਼ੁਰੂ ਹੋ ਗਈਆਂ। ਫਿਰ ਜਦੋਂ ਇਹ ਡਿਸੀਜਨ ਮੇਕਿੰਗ ਹੀ ਆਊਟਸੋਰਸ ਹੋ ਗਈ, ਇਹਦੀ ਜਿਹੜੀ ਸ਼੍ਰੋਮਣੀ ਕਮੇਟੀ ਦੀ ਡਿਸੀਜਨ ਮੇਕਿੰਗ ਸੀ ਉਹ ਪ੍ਰਧਾਨ ਤੇ ਐਗਜ਼ੈਕਟਿਵ ਤੋਂ ਪਰੇ ਪਿੱਛੋਂ ਆਣੀ ਸ਼ੁਰੂ ਹੋ ਗਈ ਤੇ ਫਿਰ ਉਹਦਾ ਹੋਰ ਨਿਗਾਰ ਆ ਗਿਆ ਕਿਉਂਕਿ ਉਹਨਾਂ ਨੂੰ ਇਸ ਪੰਥਕ ਸੋਚ ਤੇ ਨਬਜ਼ ਦਾ ਪਤਾ ਨਹੀਂ ਸੀ। ਇਹ ਸਾਰੀ ਇਗਨੋਰੈਂਸ ਕਰਕੇ ਇਹ ਸਾਰਾ ਕੁਝ ਵਾਪਰਿਆ। ਬੀਬੀ ਕਿਰਨਜੀਤ ਨੇ ਗੱਲਬਾਤ ਕੀਤੀ ਆ ਤੇ ਨਿਗਾਰ ਆਉਣ ਦੇ ਕਾਰਨ ਵੀ ਦੱਸਿਆ ਕਿਉਂਕਿ ਜਦੋਂ ਆਪਾਂ ਜ਼ਮੀਨ ਲੈਵਲ ਤੋਂ ਚੱਲਦੇ ਹਾਂ ਉੱਪਰ ਨੂੰ ਤੇ ਸਾਡੀਆਂ ਜੋ ਗਤੀਵਿਧੀਆਂ ਹੁੰਦੀਆਂ ਸਾਨੂੰ ਪਤਾ ਹੁੰਦਾ ਹੈ। ਕਿਸਾਨ ਬੀਜ ਬੀਜਦਾ ਵਾ
ਤੇ ਉਹ ਲਾਸਟ ਦੇ ਵਿੱਚ ਉਹ ਖੇਤੀ ਜਦੋਂ ਪੱਕ ਕੇ ਤਿਆਰ ਹੋ ਜਾਂਦੀ ਆ, ਉਹ ਭਾਵੇਂ ਕਣਕ ਵਾ ਝੋਨਾ ਵਾ, ਉਹਨੂੰ ਪਤਾ ਹੁੰਦਾ ਕਿ ਮੈਂ ਕਿਵੇਂ ਬੀਜ ਬੀਜਿਆ ਸੀ ਤੇ ਅੱਜ ਜਿਹੜੀ ਫਸਲ ਦਾ ਝਾੜ ਮੈਨੂੰ ਮਿਲਿਆ ਵਾ ਇਹਦੇ ਵਿੱਚ ਮੈਨੂੰ ਕੁਝ ਬਚਤ ਹੋਈ ਆ, ਉਹ ਭਾਵੇਂ ਕਣਕ ਸੀ ਜਾਂ ਝੋਨਾ ਸੀ। ਇਸੇ ਤਰ੍ਹਾਂ ਹੀ ਇਹ ਕਿਉਂ ਨਿਘਾਰ ਵਾਲੇ ਪਾਸੇ ਗਏ ਅਸੀਂ, ਭਾਵੇਂ ਉਹ ਐਸਜੀਪੀਸੀ ਸੀ ਜਾਂ ਅਕਾਲੀ ਦਲ ਸੀ। ਕੁਰਬਾਨੀਆਂ ਬਹੁਤ ਵੱਡੀਆਂ ਹੋਈਆਂ। ਜੇ ਐਸਜੀਪੀਸੀ ਦੀ ਗੱਲ ਕਰਦੇ ਆ, ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਆ, ਕੁਰਬਾਨੀਆਂ ਭਰਪੂਰ ਇਤਿਹਾਸ ਆ। ਪਰ ਜਦੋਂ ਥਾਪ ਦਿੱਤੇ ਜਾਂਦੇ ਆ, ਇੱਕ ਪਰਿਵਾਰਵਾਦ ਦਾ ਕਬਜ਼ਾ ਹੋ ਜਾਂਦਾ ਤੇ ਕਿਤੇ ਨਾ ਕਿਤੇ ਗਲਤੀਆਂ ਤੇ ਸੁਭਾਵਕ ਹੀ ਸੀ। ਹੁਣ ਦੀ ਜੇ ਗੱਲ ਕਰੀਏ ਤਾਂ ਮੈਂ ਦੁਬਾਰਾ ਉਸ ਗੱਲ ਦੱਸਾਂ ਕਿ ਇਜ਼ਹਾਰ ਆਲਮ ਦੀ ਪਤਨੀ ਨੂੰ ਅਹੁਦਾ ਦੇ ਦਿੱਤਾ ਜਾਂਦਾ ਤੇ ਬੀਬੀ ਜੀ ਉਹਦਾ ਨਕਾਰ ਦਿੰਦੇ ਆ। ਉਹ ਕਹਿੰਦੇ ਕਿ ਮੈਂ ਉਹਨਾਂ ਦੇ ਨਾਲ ਨਹੀਂ ਚੱਲ ਸਕਦੇ ਜਿਨ੍ਹਾਂ ਕਿ ਉਸ ਟਾਈਮ ਦੇ ਉੱਤੇ ਕਤਲੇਆਮ ਕੀਤਾ ਸੀ। ਕਤਲੇਆਮ 1984 ਦੇ ਵਿੱਚ ਵੀ ਹੋਇਆ, ਦਿੱਲੀ ਦੇ ਵਿੱਚ ਹੋਇਆ, ਕਾਨਪੁਰ ਦੇ ਵਿੱਚ ਹੋਇਆ, ਸਜ਼ਾਵਾਂ ਨਹੀਂ ਮਿਲ ਸਕੀਆਂ ਕਿਸੇ ਨੂੰ ਵੀ। ਪਰ ਜੋ ਪੰਜਾਬ ਦੀ ਧਰਤੀ ਤੇ ਵਾਪਰਿਆ ਅਸੀਂ ਜਾਣਦੇ ਹਾਂ, ਉਹਦੇ ਵਿੱਚ ਕੁਝ ਚਿਹਰੇ, ਕੁਝ ਨਾਮ ਜਦੋਂ ਸਾਹਮਣੇ ਆ ਜਾਂਦੇ ਆ ਤੇ ਕਿੰਤੂ ਪਰੰਤੂ ਤਾਂ ਉਹ ਚਿਹਰੇ ਬਿਲਕੁਲ ਕੌਮ ਨੇ ਨਕਾਰੇ ਦਿੱਤੇ ਸੀ। ਉਹ ਭਾਵੇਂ ਸੁਮੇਧ ਸੈਣੀ ਸੀ ਜਾਂ ਇਜ਼ਹਾਰ ਆਲਮ ਸੀ। ਪਰ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਜਗੀਰ ਕੌਰ ਵੱਲੋਂ ਜਦੋਂ ਉਹਨਾਂ ਨੂੰ ਅਹੁਦਾ ਨਿਵਾਜ ਦਿੱਤਾ ਜਾਂਦਾ ਤੇ ਉਸ ਟਾਈਮ ਦੇ ਉੱਤੇ ਬੀਬੀ ਕਰਨਜੀਤ ਕੌਰ ਨੂੰ ਇੱਕ ਬਰਾਬਰ ਦਾ ਅਹੁਦਾ ਦੇ ਦਿੱਤਾ ਜਾਂਦਾ ਤੇ ਉਹ ਕਹਿੰਦੇ ਕਿ ਮੈਂ ਇਹ ਅਹੁਦਾ ਨਹੀਂ ਲੈਣਾ। ਨਿਘਾਰ ਦੀ ਵੀ ਆਪਾਂ ਗੱਲਬਾਤ ਕੀਤੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਆਪਾਂ ਗੱਲਬਾਤ ਕਰਦੇ ਰਹਾਂਗੇ, ਕਿਉਂਕਿ ਤੁਸੀਂ ਅਕਾਲ ਚੈਨਲ ਤੇ ਵਿਸ਼ਵਾਸ ਕਰਦੇ ਹੋ। ਬੀਬੀ ਕਿਰਨਜੀਤ ਨਾਲ ਗੱਲਬਾਤ ਕੀਤੀ ਸੀ। ਸਮੇਂ-ਸਮੇਂ ਤੇ ਬੇਬਾਕ ਆਵਾਜ਼, ਜੇ ਆਪਾਂ ਹਾਊਸ ਦੀ ਗੱਲ ਕਰਦੇ ਹਾਂ, ਜੇ ਆਪਾਂ ਉਸ ਟਾਈਮ ਦੇ ਉੱਤੇ ਜਦੋਂ ਪਿਛਲੇ ਸਾਲ ਦੀ ਉਹਨਾਂ ਬੀਬੀਆਂ ਨੇ ਦੱਸੀ ਸੀ ਕਿ ਬੇਸ਼ੱਕ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਗਿਆ, ਪਰ ਇਸ ਵਾਰ ਕਿਸੇ ਨੇ ਵਿਰੋਧ ਨਹੀਂ ਸੀ ਕੀਤਾ। ਉਸ ਬੇਬਾਕ ਆਵਾਜ਼ ਦੇ ਵਿੱਚੋਂ ਫਿਰ ਦੁਬਾਰਾ ਅੱਜ ਆਵਾਜ਼ ਆਈ ਜਦੋਂ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਹੁਦਾ ਦੇ ਦਿੱਤਾ ਜਾਂਦਾ ਤੇ ਉਸ ਅਹੁਦੇ ਨੂੰ ਠੁਕਰਾ ਦਿੰਦੇ ਆ। ਇਤਿਹਾਸ ਗਵਾਹ ਵਾ। ਜੇ ਆਪਾਂ ਐਸਜੀਪੀਸੀ ਦੀ ਸ਼ਤਾਬਦੀ ਦੀ ਗੱਲ ਕਰਦੇ ਹਾਂ, ਸ਼੍ਰੋਮਣੀ ਅਕਾਲੀ ਦਲ ਦੀ ਸ਼ਤਾਬਦੀਆਂ ਮਨਾਉਣ ਦੀ ਗੱਲ ਕਰਦੇ ਹਾਂ, ਤੇ ਕਿਤੇ ਨਾ ਕਿਤੇ ਨਿਘਾਰ ਵੀ ਆਇਆ ਵਾ। ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੁਧਾਰ ਵੀ ਹੋਊਗਾ, ਕਿਉਂਕਿ ਐਸਜੀਪੀਸੀ ਸਾਨੂੰ ਇੱਕ ਸੇਧ ਦਿੰਦੀ ਆ। ਉਹਨਾਂ ਨੇ ਸਾਨੂੰ ਦੱਸਣਾ ਹੁੰਦਾ ਕਿ ਕਿੱਧਰਲੇ ਪਾਸੇ ਅਸੀਂ ਚੱਲ ਸਕਦੇ ਹਾਂ, ਸਾਡੀ ਆਉਣ ਵਾਲੀ ਪਨੀਰੀ ਕੀ ਕਰ ਸਕਦੀ ਆ। ਪਰ ਜੇ ਉਸ ਦੇ ਵਿੱਚੋਂ ਸਹੀ ਸੇਧ ਦੇਣ ਵਾਲੇ ਅੱਗੇ ਆ ਜਾਣ ਤੇ ਮੈਨੂੰ ਲੱਗਦਾ ਕਿ ਸਾਡੀ ਇੱਕ ਕੌਮ ਨੂੰ ਸਹੀ ਸੇਧ ਮਿਲੂਗੀ। ਧੰਨਵਾਦ ਕਰਦੇ ਹਾਂ ਬੀਬੀ ਜੀ ਦਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਆਸ ਰੱਖਦੇ ਹਾਂ ਕਿ ਇਸੇ ਤਰ੍ਹਾਂ ਅਕਾਲ ਚੈਨਲ ਨੂੰ ਟਾਈਮ ਦਿੰਦੇ ਰਹਿਣਗੇ। ਬੀਬੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।